मैं ਤੁਹਾਡੇ ਤੋਂ ਕੋਈ ਸਹਾਇਤਾ ਲੈਣ ਦੇ ਲਈ ਨਹੀਂ ਸਗੋਂ ਦੇਣ ਦੇ ਲਈ ਇਹ ਪੱਤਰ ਲਿਖ ਰਿਹਾ। ਇਹ ਮੇਰਾ ਵਿਸ਼ਾ ਹੈ ਚਿੱਠੀ ਦਾ। ਹਾਂਜੀ, ਮੈਨੂੰ ਲੱਗਦਾ ਕਿ ਮੈਂ ਵੀ ਉਸੇ ਨੌਜਵਾਨੀ ਦੇ ਵਿੱਚ ਆਉਣਾ ਤੇ ਜਿਹੜੀ ਖਤਮ ਹੁੰਦੀ ਜਾ ਰਹੀ ਹੈ। ਮੈਂ ਸਵੇਰੇ ਜਦੋਂ ਆਪਦਾ ਸਿਰ ਚੋਂ ਕੰਗਾ ਫੇਰਦਾ ਤੇ ਮੇਰੇ ਸਾਹਮਣੇ ਕੇਸ ਆਉਂਦੇ ਆ ਮੂਸੇ ਵਾਲੇ ਦੇ ਬਾਰੇ। ਮੈਂ ਨਹੀਂ ਚਾਹੁੰਦਾ ਪੰਜਾਬ ਦੀ ਕਿਸੇ ਵੀ ਮਾਂ ਨੂੰ ਇਹ ਦਿਨ ਦੇਖਣਾ ਪਵੇ। ਹੁਣ ਡੀਜੀਪੀ ਨੇ ਸਾਫ਼ ਗੱਲ ਕਹਿ ਕੇ ਪੱਲੇ ਝਾੜਤਾ ਕਿ ਗੈਂਗਵਾਰ ਹੈ। ਸਾਡੇ ਇੱਕ ਲੈਵਲ ਦੇ ਉੱਤੇ ਹੱਥ ਖੜੇ ਨੇ। ਜੇ ਆਪਾਂ ਕ੍ਰਾਈਮ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਮੈਂ ਫੇਰ ਸਵਾਲ ਪੁੱਛਦਾ ਕਿ ਤੁਸੀਂ ਉਹ ਜਿਹੜੀ ਪੱਗ ਸਿਰ ਤੇ ਵੱਜੀ ਹੈ, ਕਿ ਤੁਸੀਂ ਉਸ ਰੰਗ ਦੇ ਨਾਲ ਇਮਾਨਦਾਰੀ ਕਮਾ ਰਹੇ ਹੋ? ਉਹਦਾ ਪਿਓ ਰੋਂਦਾ ਰਿਹਾ। ਉਹਦਾ ਫਾਦਰ ਖੁਦ ਪੁਲਿਸ ਦੇ ਵਿੱਚ ਸੀਗਾ। ਉਹ ਕਹਿੰਦਾ ਸੀ ਮੇਰੇ ਪੁੱਤ ਨੂੰ ਸਰੈਂਡਰ ਕਰਵਾ ਦਿੰਦੇ, ਜਦ ਕਿ ਇਹ ਸੰਵੇਦਨਾ ਦਾ ਮੁੱਦਾ ਹੈ। ਇੱਕ ਮਾਂ ਜਿਹਨੇ ਆਪਣੇ ਪੁੱਤ ਨੂੰ ਐਂ ਤੋਰਿਆ, ਇੱਕ ਪਿਓ ਜਿਹੜਾ ਰੋ ਰਿਹਾ ਆ, ਜਿਹੜਾ ਕਹਿੰਦਾ ਮੇਰਾ ਪੁੱਤ ਤਰੱਕੀ ਨਾ ਕਰਦਾ, ਜਿਹੜਾ ਹੱਥ 'ਚ ਨਹੀਂ ਹੈਗਾ ਉਹ ਕਦੇ ਨਹੀਂ ਚਾਹਣਗੇ। ਕਿਸੇ ਤਰੀਕੇ ਦੀਆਂ ਉਹਨੂੰ ਜਦੋਂ ਧਮਕੀਆਂ ਮਿਲਦੀਆਂ ਹੋਣਗੀਆਂ, ਉਹਨਾਂ ਦਾ ਖਦਸ਼ਾ 9 ਮਹੀਨੇ ਪਹਿਲਾਂ ਦੀ ਡਾਕੂਮੈਂਟੇਸ਼ਨ ਦੇ ਵਿੱਚ ਸੈਂਟਰ ਦੀਆਂ ਏਜੰਸੀਆਂ ਨੇ ਵੀ ਜਤਾਇਆ। ਫਿਰ ਉੱਥੋਂ ਸਵਾਲ ਆਉਂਦਾ ਵੀ ਇਹ ਸਿਸਟਮ ਨੇ ਕ੍ਰੀਏਟ ਕੀਤਾ ਸੀ ਤੇ ਉਹਨਾਂ ਕੋਲ ਕੋਈ ਹੋਰ ਰਾਹ ਨਹੀਂ ਸੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਂ ਹਾਂ ਜਗਜੀਤ ਸਿੰਘ ਪੰਜੋਲੀ। ਗੱਲ ਨੂੰ ਨੇੜੇ ਤੋਂ ਸਮਝਣ ਲਈ, ਗੱਲ ਨੂੰ ਜਾਣਨ ਲਈ, ਉਹ ਤੋਂ ਪਹਿਲਾਂ ਮੈਂ ਦੱਸਦਾ ਕਿ ਕਿਸਾਨੀ ਅੰਦੋਲਨ ਦੀ ਗੱਲ ਕਰਾਂਗੇ। ਥੋੜ੍ਹਾ ਜਿਹਾ ਪਿੱਛੇ ਜਾਵਾਂਗੇ। ਕਿਸਾਨੀ ਅੰਦੋਲਨ ਜਿਸ ਵਕਤ ਚੱਲ ਰਿਹਾ ਸੀ ਦਿੱਲੀ ਦੀਆਂ ਬਰੂਹਾਂ ਤੇ, ਉਸ ਵਕਤ ਮੋਦੀ ਗੌਰਮੈਂਟ ਨੇ ਇਹ ਗੱਲ ਆਖੀ ਸੀ ਕਿ ਕਿਸਾਨ ਜਿਹੜੇ ਨੇ ਸੜਕਾਂ ਖਾਲੀ ਕਰਨ। ਤਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਪਾਈ ਗਈ ਸੀ ਕਿ ਹਰ ਇੱਕ ਇਨਸਾਨ ਨੂੰ, ਹਰ ਇੱਕ ਜਿਹੜਾ ਵਿਅਕਤੀ ਹੈਗਾ, ਹਰ ਇੱਕ ਨਾਗਰਿਕ ਹੈਗਾ, ਉਹਨੂੰ ਆਪਣੇ ਹੱਕ ਦੀ ਗੱਲ ਕਰਨ ਦੀ ਜਾਂ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਅਧਿਕਾਰ ਹੈਗਾ। ਇਹ ਰਿਟ ਜਿਹੜੀ ਹੈ ਉਹ ਪਾਉਣ ਵਾਲਾ ਨੌਜਵਾਨ ਸਾਡੇ ਨਾਲ ਹੈ, ਜਿਹਨੇ ਅਧਿਕਾਰ ਦਿਵਾਇਆ ਸੀ ਕਿ ਜਿਹੜੇ ਕਿਸਾਨ ਨੇ ਸੜਕਾਂ ਤੇ ਬੈਠ ਕੇ ਸ਼ਾਂਤੀਪੂਰਵਕ ਜਿਹੜਾ ਹੈਗਾ ਪ੍ਰਦਰਸ਼ਨ ਕਰ ਸਕਦੇ ਨੇ। ਤੇ ਉਹ ਤੋਂ ਬਾਅਦ ਆਪਾਂ ਹੁਣ ਪੰਜਾਬ ਦੇ ਵਿੱਚ ਆਉਂਦੇ ਹਾਂ। ਪੰਜਾਬ ਦੇ ਜਿਹੜੇ ਹਾਲਾਤ ਨੇ ਇਸ ਵਕਤ ਬੜੇ ਨਾਜ਼ੁਕ ਹਾਲਾਤ ਬਣੇ ਹੋਏ ਨੇ। ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਜਿਹੜੀ ਹੈ ਉਹ ਲਗਾਤਾਰ ਸਵਾਲ ਖੜੀ ਕਰਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ। ਕਹਿੰਦੇ ਜੇ ਤੇਰੇ ਕਾਲਜੇ ਲੱਗੀ ਛੁਰੀ ਨਹੀਂ, ਇਹ ਨਾ ਸਮਝੀ ਹਾਲਤ ਸ਼ਹਿਰ ਦੀ ਬੁਰੀ ਨਹੀਂ। ਵਿਰੋਧੀ ਧਿਰ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਨੇ। ਭਗਵੰਤ ਮਾਨ ਵੀ ਲਗਾਤਾਰ ਘੇਰਦੇ ਰਹੇ ਨੇ। ਜਦੋਂ ਸੱਤਾ ਦੇ ਵਿੱਚ ਨਹੀਂ ਸੀਗੇ, ਉਹ ਕਹਿੰਦੇ ਹੁੰਦੇ ਸੀ ਰੋਮ ਜਿਹੜਾ ਉਹ ਸੜ ਰਿਹਾ ਸੀ ਤੇ ਨੀਰੂ ਬੰਸਰੀ ਵਜਾ ਰਿਹਾ ਸੀ। ਅੱਜ ਹਾਲਾਤ ਜਿਹੜੇ ਨੇ, ਉਂਗਲਾਂ ਆਮ ਆਦਮੀ ਪਾਰਟੀ ਜਿਹੜੀ ਹੈ ਵਿਰੋਧੀਆਂ ਤੇ ਕਰਦੀ ਰਹੀ ਹੈ। ਅੱਜ ਉਂਗਲਾਂ ਜਿਹੜੀਆਂ ਨੇ ਲਾਈਨ ਐਂਡ ਆਰਡਰ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਖੜੀਆਂ ਹੋ ਰਹੀਆਂ ਨੇ। ਸੋ ਇਸ ਵਕਤ ਸਾਡੇ ਨਾਲ ਮਨੁੱਖੀ ਅਧਿਕਾਰਾਂ ਦੀ ਬਰੀਕੀ ਨਾਲ ਸਮਝ ਰੱਖਣ ਵਾਲੇ ਨੌਜਵਾਨ ਗੁਰਮੋਹਨਪ੍ਰੀਤ ਸਿੰਘ ਨੇ, ਜਿਹੜੇ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਨੇ। ਗੱਲਬਾਤ ਕਰਦੇ ਆ ਕਿ ਅੱਜ ਇੱਕ ਉਹ ਖੁੱਲੀ ਚਿੱਠੀ ਜਿਹੜੀ ਹੈ, 6 ਸੂਤਰੀ ਚਿੱਠੀ, 6 ਸੂਤਰ ਉਹਨਾਂ ਨੇ ਭਗਵੰਤ ਮਾਨ ਨੂੰ ਲਿਖੇ ਨੇ। ਉਹਦੇ ਵਿੱਚ ਕੋਈ ਮੰਗ ਨਹੀਂ ਕੀਤੀ। ਉਹਨਾਂ ਨੇ ਕਿਸ ਤਰੀਕੇ ਨਾਲ ਚਿੱਠੀ ਲਿਖੀ ਹੈ ਜਾਣਾਂਗੇ। ਸਾਡੇ ਨਾਲ ਨੇ ਗੁਰਮੋਹਨਪ੍ਰੀਤ ਸਿੰਘ, ਜਿਹੜੇ ਆਨੰਦਪੁਰ ਸਾਹਿਬ ਤੋਂ ਨੇ। ਗੁਰਮੋਹਨ ਜੀ, ਤੁਹਾਡਾ ਗਲੋਬਲ ਪੰਜਾਬ ਟੀਵੀ ਤੇ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੁਸੀਂ ਇੱਕ ਚਿੱਠੀ ਜਿਹੜੀ ਹੈ ਉਹ ਭਗਵੰਤ ਮਾਨ ਨੂੰ ਲਿਖ ਕੇ ਆਏ ਹੋ। ਆਪਾਂ ਸਾਰੀ ਗੱਲਬਾਤ ਕਰਾਂਗੇ, ਮੌਜੂਦਾ ਹਾਲਾਤਾਂ ਦੀ ਵੀ ਗੱਲਬਾਤ ਕਰਾਂਗੇ। ਚਿੱਠੀ ਦਾ ਵਿਸ਼ਾ ਕੀ ਹੈ ਤੇ ਸ਼ੁਰੂਆਤ ਦੇ ਵਿੱਚ ਚਿੱਠੀ ਦੇ ਕੀ ਲਿਖਿਆ? ਹਾਂਜੀ, ਮੈਂ ਜਿਹੜਾ ਵਿਸ਼ਾ ਰੱਖਿਆ ਚਿੱਠੀ ਦਾ ਹੈਗਾ ਪੰਜਾਬ ਵਿੱਚ ਸਿਰਜੇ ਜਾ ਚੁੱਕੇ ਨਰਪੱਖੀ ਮਾਹੌਲ ਨੂੰ ਠੱਲ ਪਾਉਣ ਵਾਸਤੇ। ਮੈਂ ਤੁਹਾਡੇ ਤੋਂ ਕੋਈ ਸਹਾਇਤਾ ਲੈਣ ਦੇ ਲਈ ਨਹੀਂ ਸਗੋਂ ਦੇਣ ਦੇ ਲਈ ਇਹ ਪੱਤਰ ਲਿਖ ਰਿਹਾ। ਇਹ ਮੇਰਾ ਵਿਸ਼ਾ ਹੈ ਚਿੱਠੀ ਦਾ। ਇਹ ਪਹਿਲੀ ਚਿੱਠੀ ਹੋਊਗੀ ਜਿਹੜੀ ਸਹਾਇਤਾ ਲੈਣ ਦੇ ਲਈ ਨਹੀਂ, ਬਾਕੀ ਦੇਣ ਦੇ ਲਈ ਹੈਗੀ। ਹਾਂਜੀ, ਮੈਨੂੰ ਲੱਗਦਾ ਕਿ ਮੈਂ ਵੀ ਉਸੇ ਨੌਜਵਾਨੀ ਦੇ ਵਿੱਚ ਆਉਣਾ ਤੇ ਜਿਹੜੀ ਖਤਮ ਹੁੰਦੀ ਜਾ ਰਹੀ ਹੈ। ਤੇ ਮੇਰੀ ਫੀਲਡ ਇਹ ਜੀ ਆ। ਪਿਛਲੇ ਕੁਝ ਸਾਲ ਮੈਂ ਕ੍ਰਿਮੀਨੋਲੋਜੀ ਤੇ ਹਿਊਮਨ ਰਾਈਟਸ ਤੇ ਵਰਕ ਕਰ ਰਿਹਾ ਤੇ ਮੈਂ ਸਹੀ ਨਹੀਂ ਮਹਿਸੂਸ ਕਰ ਰਿਹਾ। ਮੈਂ ਸਵੇਰੇ ਜਦੋਂ ਆਪਦਾ ਸਿਰ ਚੋਂ ਕੰਗਾ ਫੇਰਦਾ ਤੇ ਮੇਰੇ ਸਾਹਮਣੇ ਕੇਸ ਆਉਂਦੇ ਆ ਮੂਸੇ ਵਾਲੇ ਦੇ ਬਾਰ-ਬਾਰ, ਤੇ ਮੇਰੀ ਮਾਂ ਰੋਈ ਆ। ਮੈਨੂੰ ਪਿਆਰ ਕਰਨ ਵਾਲੇ ਆਹ ਚੀਜ਼ਾਂ ਦੇ ਕੇ ਭਾਵੁਕ ਹੋ ਜਾਂਦੇ ਆ ਤੇ ਮੈਂ ਉਦੋਂ ਸਹੀ ਨਹੀਂ ਮਹਿਸੂਸ ਕਰਦਾ। ਤੇ ਮੈਂ ਨਹੀਂ ਚਾਹੁੰਦਾ ਪੰਜਾਬ ਦੀ ਕਿਸੇ ਵੀ ਮਾਂ ਨੂੰ ਇਹ ਦਿਨ ਦੇਖਣਾ ਪਵੇ, ਕਿਉਂਕਿ ਅੱਗੇ ਪੰਜਾਬ ਦੀਆਂ ਮਾਵਾਂ ਨੇ ਆਹ ਦਿਨ ਦੇਖੇ ਨੇ। ਸਾਡੀ ਜਵਾਨੀ ਅੱਗੇ ਖਾਧੀ ਗਈ ਆ, ਏਦਾਂ ਹੀ ਦੈਂਤਾਂ ਤੋਂ ਖਾਧੀ ਗਈ ਆ। ਇਹ ਪਹਿਲੀ ਵਾਰ ਤਾਂ ਹੋ ਨਹੀਂ ਰਿਹਾ। ਜਰਵਾਣਿਆਂ ਨੇ ਅੱਗੇ ਵੀ ਆਹੀ ਕੁਛ ਕੀਤਾ ਤੇ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੁਬਾਰਾ ਉਸ ਕਾਲੇ ਦੌਰ ਵੱਲ ਚੱਲ ਜੇ, ਕਿਉਂਕਿ ਇਸ ਤੋਂ ਬਾਅਦ ਹੱਲ ਕੀ ਹੋਊਗਾ? ਕੁਝ ਗੁੰਮਰਾਹਕੁਨ ਨੌਜਵਾਨਾਂ ਨੂੰ ਟਾਰਗੇਟ ਕਰਕੇ ਪੁਲਿਸ ਦਾ ਇੱਕ ਲਾਇਸੈਂਸ ਖੋਲ ਦਿੱਤਾ ਜਾਊਗਾ, ਉਹਨਾਂ ਨੂੰ ਇੱਕ ਕਲੀਨ ਚਿੱਟ ਮਿਲ ਜੂਗੀ। ਹੁਣ ਉਹ ਡੀਜੀਪੀ ਨੇ ਸਾਫ਼ ਗੱਲ ਕਹਿ ਕੇ ਪੱਲੇ ਝਾੜਤਾ ਕਿ ਗੈਂਗਵਾਰ ਹੈ।
ਸਭ ਤੋਂ ਸੌਖਾ ਹੁੰਦਾ ਗੈਂਗਵਾਰ ਕਹਿ ਕੇ ਪੱਲਾ ਝਾੜਨਾ, ਕਿਉਂਕਿ ਪਤਾ ਹੁੰਦਾ ਦੋ ਪਾਸੇ ਸਾਹਮਣੇ ਐਡਵਾਂਸਡ ਵੈਪਨ ਵਾਲੀਆਂ ਸਟੇਟਸ ਨੇ ਤੇ ਕ੍ਰਾਈਮ ਦੇ ਵਿੱਚ ਦੋਨੋਂ ਐਕਸਪਰਟ ਨੇ ਤੇ ਸਾਡੇ ਇੱਕ ਲੈਵਲ ਦੇ ਉੱਤੇ ਹੱਥ ਖੜੇ ਨੇ ਜੇ ਆਪਾਂ ਕ੍ਰਾਈਮ ਦੀ ਭਾਸ਼ਾ 'ਚ ਗੱਲ ਕਰੀਏ। ਤੇ ਈਵਨ ਮੋਸਟ ਐਡਵਾਂਸਡ ਨੇਸ਼ਨ ਨੇ ਜਿਹੜੇ ਅਮਰੀਕਾ ਵਰਗੇ, ਉੱਥੇ ਵੀ ਉਹ ਕਹਿੰਦੇ ਆ ਕਿ ਜਿਹੜੀਆਂ ਗੈਂਗਲੈਂਡਸ ਨੇ, ਡਿਸਟ੍ਰਿਕਟ 13 ਵਰਗੇ ਏਰੀਆਜ਼ ਨੇ, ਕਈ ਥਾਵਾਂ ਤੇ ਪੁਲਿਸ ਵੀ ਜਿਹੜੀ ਆ ਉਹ ਐਡਵਾਂਸਡ ਵੈਪਨਸ ਤੋਂ ਬਿਨਾਂ ਐਂਟਰ ਨਹੀਂ ਕਰ ਸਕਦੀ। ਤੇ ਸ਼ੁਰੂਆਤ ਕਰਦਾ ਮੈਂ ਤੁਹਾਡੇ ਸਾਹਮਣੇ ਚਿੱਠੀ ਦੀ। ਮੈਂ ਭਗਵੰਤ ਸਾਹਿਬ ਨੂੰ ਲਿਖਿਆ ਕਿ ਮੈਂ ਉਸ ਪੰਜਾਬ ਦਾ ਇੱਕ ਆਮ ਜਿਹਾ ਨੌਜਵਾਨ ਹਾਂ ਜਿਸ ਦੀ ਜ਼ਿੰਮੇਵਾਰੀ ਤੁਸੀਂ ਹਾਲੇ ਥੋੜਾ ਚਿਰ ਪਹਿਲਾਂ ਹੀ ਆਵਾਮ ਦੀ ਮਿਹਰ ਸਦਕਾ ਖੈਰਾਤ ਵਿੱਚ ਲਈ ਹੈ। ਤੇ ਫਿਰ ਮੈਂ ਲਿਖਿਆ ਕਿ ਮੈਂ ਦੇਖ ਪਾਉਣਾ ਕਿ ਤੁਹਾਡੇ ਕਮਰੇ ਦੇ ਵਿੱਚ ਤੁਹਾਡੇ ਪਿੱਛੇ ਇੱਕ ਨੌਜਵਾਨ ਦੀ ਤਸਵੀਰ ਟੰਗੀ ਹੋਈ ਹੈ, ਤੁਸੀਂ ਜਿਹਦੇ ਬਸੰਤੀ ਰੰਗ ਦੇ ਬਿੰਬ ਦੀ ਪੱਗ ਤੁਸੀਂ ਅਕਸਰ ਬੰਨ੍ਹਦੇ ਹੋ, ਉਹੀ ਰੰਗ ਬੰਨ੍ਹਦੇ ਹੋ ਤੁਸੀਂ, ਸਹੁੰ ਵੀ ਚੱਕੀ ਹੈ ਤੁਸੀਂ ਖਟਕੜ ਕਲਾਂ ਜਾ ਕੇ। ਤੇ ਫਿਰ ਮੈਂ ਇਹਨਾਂ ਨੂੰ ਸਵਾਲ ਪੁੱਛਿਆ ਕਿ ਉਹ ਤੁਹਾਨੂੰ ਕਦੇ ਨਹੀਂ ਪੁੱਛਦਾ ਕਿ ਜਿਹੜੇ ਉਹਦੇ ਹਾਣ ਦੇ ਨੌਜਵਾਨ ਨੇ, ਉਹਨਾਂ ਦੀ ਖੂਨ ਦੇ ਜਿਹੜੇ ਛਿੱਟੇ ਨੇ ਅੱਜ ਉਹ ਕਿਹੜੇ ਮੂੰਹ ਤੇ ਆਉਂਦੇ ਨੇ। ਫਿਰ ਪੱਗ ਤੋਂ ਗੱਲ ਸ਼ੁਰੂ ਹੋਈ ਸੀ, ਮੈਂ ਦੁਬਾਰਾ ਪੁੱਛਦਾ ਵੀ ਇੱਕ 6 ਫੁੱਟ ਦਾ ਨੌਜਵਾਨ ਜਿਹੜਾ ਇੱਕ ਲੋਥ ਬਣਾ ਦਿੱਤਾ ਗਿਆ, ਜਦੋਂ ਉਹਦਾ ਪਿਓ ਆਪਦੀ ਪੱਗ ਆਵਾਮ ਦੇ ਸਾਹਮਣੇ ਖੋਲਦਾ ਤਾਂ ਮੈਂ ਫੇਰ ਸਵਾਲ ਪੁੱਛਦਾ ਕਿ ਤੁਸੀਂ ਉਹ ਜਿਹੜੀ ਪੱਗ ਸਿਰ ਤੇ ਵੱਜੀ ਹੈ, ਕੀ ਤੁਸੀਂ ਉਸ ਰੰਗ ਦੇ ਨਾਲ ਇਮਾਨਦਾਰੀ ਕਮਾ ਰਹੇ ਹੋ? ਇਸ ਤੋਂ ਬਾਅਦ ਮੈਂ ਹੋਰ ਗੱਲਾਂ ਤੇ ਵੀ ਉਹਨਾਂ ਦੀ ਜਵਾਬਦੇਹੀ ਮੰਗੀ ਆ। ਮੈਂ ਸਵਾਲ ਜਦੋਂ ਤੁਸੀਂ ਕਹਿ ਰਹੇ ਹੋ 6 ਸੂਤਰ ਸਵਾਲ, 6 ਸਵਾਲ ਮੈਂ ਕੀਤੇ ਨੇ, ਪਰ ਮੈਂ ਸਵਾਲ ਕਰਨ ਤੋਂ ਪਹਿਲਾਂ ਹੱਲ ਲਿਖੇ ਨੇ, ਕਿਉਂਕਿ ਮੇਰਾ ਯਕੀਨ ਹੈ ਕਿ ਮੈਂ ਠੱਲ ਪਾਉਣ ਵਾਸਤੇ ਇਹ ਪੱਤਰ ਲਿਖ ਰਿਹਾ। ਸਵਾਲ ਸ਼ਾਇਦ ਮੈਂ ਹੋਰ ਵੀ ਕਰ ਸਕਦਾ, ਪਰ ਮੇਰੇ ਕੋਲ ਹੱਲ ਨੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਸੋਚਦਾ ਕਿ ਗੁੰਮਰਾਹਕੁਨ ਨੌਜਵਾਨੀ ਨੂੰ ਇਸ ਨਾਂ ਤੇ ਫੇਕ ਤਰੀਕੇ ਦੇ ਨਾਲ ਅਸੈਸੀਨੇਟ ਕਰਕੇ, ਅੱਗੇ ਅਸੀਂ ਜੈਪਾਲ ਭੁੱਲਰ ਦਾ ਕੇਸ ਦੇਖਦੇ ਹਾਂ, ਪਿਛਲੀ ਸਰਕਾਰ 'ਚ ਹੋਇਆ ਸੀ, ਇਹ ਤੇ ਬਲੇਮ ਨਹੀਂ ਦੇ ਸਕਦੇ, ਪਰ ਆਫੀਸਰਸ ਤਾਂ ਉਹੀ ਨੇ, ਸਿਸਟਮ ਤਾਂ ਉਹੀ ਆ। ਹੁਣ ਉਹਦਾ ਪਿਓ ਰੋਂਦਾ ਰਿਹਾ, ਉਹਦਾ ਫਾਦਰ ਖੁਦ ਪੁਲਿਸ ਦੇ ਵਿੱਚ ਸੀਗਾ, ਉਹ ਕਹਿੰਦਾ ਸੀ ਮੇਰੇ ਪੁੱਤ ਨੂੰ ਸਰੈਂਡਰ ਕਰਵਾ ਦਿੰਦੇ। ਹੁਣ ਅਸੀਂ ਕ੍ਰਾਈਮ ਦੇ ਵਿੱਚ ਵੀ ਪੜ੍ਹਦੇ ਹਾਂ, ਇੰਡੀਆ ਇੱਕ ਚੀਜ਼ ਫੋਲੋ ਕਰਦਾ ਆ, ਜਿਹੜੇ ਗਾਂਧੀਅਨ ਲਾਅ ਨੂੰ ਫੋਲੋ ਕਰਦਾ ਆ, ਹੇਟ ਦਾ ਸਿਨ ਨਾਟ ਦਾ ਸਿਨਰ। ਤੇ ਫਿਰ ਜਿਹੜੀ ਇੱਥੇ ਦੂਜੀ ਥਿਊਰੀ ਹੈ, ਐਨ ਆਈ ਫॉर ਐਨ ਆਈ ਮੇਕ ਦਾ ਹੋਲ ਵਰਲਡ ਬਲਾਈਂਡ, ਅੱਖ ਦੇ ਬਦਲੇ ਦੂਜੀ ਅੱਖ ਸਾਰੇ ਜੱਗ ਨੂੰ ਅੰਨਾ ਕਰ ਦਿੰਦੀ। ਤੇ ਉਹ ਕ੍ਰਾਈਮ ਦੇ ਵਿੱਚ ਰਿਫਾਰਮੇਟਿਵ ਥਿਊਰੀਜ਼ ਹੈ ਜਿਹੜੀਆਂ, ਉਹਨਾਂ ਦਾ ਤਾਂ ਕੰਮ ਹੀ ਨਹੀਂ ਕੀਤਾ ਜਾਂਦਾ, ਇਹ ਤਾਂ ਪੱਲਿਓਂ ਫਾਈਲ ਬੰਦ ਕੀਤੀ ਜਾਂਦੀ ਹੈ। ਇਹਨੂੰ ਫਾਈਲ ਦੇ ਵਾਂਗ ਟਰੀਟ ਕਰ ਰਹੀ ਹੈ ਅਫਸਰਸ਼ਾਹੀ, ਉਵੇਂ ਮਹਿਸੂਸ ਨਹੀਂ ਕਰ ਰਹੀ, ਕਿਉਂਕਿ ਅਫਸਰਸ਼ਾਹੀ ਇੱਕ ਕੁਰਸੀ ਤੇ ਬੈਠੀ ਮੁਥਾਜ ਬਣ ਚੁੱਕੀ ਹੈ, ਉਹਨਾਂ ਨੂੰ ਸਿਸਟਮ ਦੇ ਵਿੱਚ ਐਂਟਰਟੇਨ ਕਰਵਾ ਦਿੱਤਾ ਗਿਆ, ਜਦ ਕਿ ਇਹ ਸੰਵੇਦਨਾ ਦਾ ਮੁੱਦਾ ਆ। ਇੱਕ ਮਾਂ ਜਿਹਨੇ ਆਪਣੇ ਪੁੱਤ ਨੂੰ ਐਂ ਤੋਰਿਆ, ਇੱਕ ਪਿਓ ਜਿਹੜਾ ਰੋ ਰਿਹਾ ਆ, ਜਿਹੜਾ ਕਹਿੰਦਾ ਮੇਰਾ ਪੁੱਤ ਤਰੱਕੀ ਨਾ ਕਰਦਾ, ਜਿਹੜਾ ਹੱਥ 'ਚ ਨਹੀਂ ਹੈਗਾ ਉਹ ਕਦੇ ਨਹੀਂ ਚਾਹਣਗੇ, ਉਹ ਕਦੇ ਵੀ ਨਹੀਂ ਚਾਹਣਗੇ। ਜਿਹੜੇ 6 ਸੂਤਰ ਮੈਂ ਚਿੱਠੀ ਪੜ੍ਹ ਰਿਹਾ ਸੀ, 6 ਸੂਤਰਾਂ ਦੀ ਗੱਲ ਕੀਤੀ ਹੈ, ਉਹ ਜਿਹੜੇ ਸੂਤਰ ਹੈਗੇ ਆ ਆਹੀ 2-3 ਮਹੀਨਿਆਂ ਦੇ ਵਿੱਚ ਕ੍ਰੀਏਟ ਹੋਏ ਹੋਏ ਨੇ। ਸਾਰੇ ਮਸਲੇ ਆ 2-3 ਮਹੀਨਿਆਂ ਦੇ ਹੀ ਨੇ, ਲਾਈਨ ਆਰਡਰ ਦੀ ਸਥਿਤੀ ਨੂੰ ਲੈ ਕੇ ਸਾਰਾ ਤਮਾਮ, ਕਿਉਂਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਘਿਰਦੀ ਨਜ਼ਰ ਆ ਰਹੀ ਹੈ, ਤੁਸੀਂ ਉਹਨਾਂ ਨੂੰ ਲੈ ਕੇ ਸਵਾਲ ਕੀਤੇ ਆ ਤੇ ਆਪਾਂ ਚਿੱਠੀ ਦੀ ਵੀ ਗੱਲਬਾਤ ਕਰਾਂਗੇ। ਤੇ ਤੁਸੀਂ ਮੂਸੇਵਾਲੇ ਦੀ ਜਿਹੜੀ ਇਹ ਘਟਨਾ ਵਾਪਰੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੇਰੇ ਮਨ ਦੇ ਵਿੱਚ ਸਵਾਲ ਬਹੁਤ ਨੇ, ਪਰ ਇਹ ਚਿੱਠੀ ਮੈਂ ਲਿਖੀ ਹੈ ਸੀਐਮ ਨੂੰ, ਇਸ ਕਰਕੇ ਮੈਂ ਇਕੱਲੇ ਉਹ ਸਵਾਲ ਕੀਤੇ ਨੇ ਕਿਉਂਕਿ ਸੀਐਮ ਆਮ ਆਦਮੀ ਪਾਰਟੀ ਦਾ ਆ, ਲੋਕਤੰਤਰ ਦੇ ਵਿੱਚ ਉਸ ਪਾਰਟੀ ਦਾ ਰਾਜ ਹੈ ਇਸ ਵੇਲੇ ਪੰਜਾਬ 'ਚ। ਪਰ ਖਦਸ਼ਾ ਮੈਨੂੰ ਜਾਂ ਦੋਸ਼ ਕੱਲਾ ਮੈਂ ਕੱਲੀ ਆਮ ਆਦਮੀ ਪਾਰਟੀ ਤੇ ਨਹੀਂ ਲਾ ਰਿਹਾ, ਇਹਦੇ ਵਿੱਚ ਸਾਰੇ ਦੇ ਸਾਰੇ ਸ਼ਾਮਲ ਨੇ। ਤੁਸੀਂ ਦੇਖੋ, ਹੁਣ ਤੁਸੀਂ ਉਹਦਾ ਮੂਸੇਵਾਲੇ ਦਾ ਗਾਣਾ ਹੀ ਸੁਣ ਲਓ, ਕਿਉਂਕਿ ਜਾਗਿਆ ਹੋਇਆ ਸੀਗਾ, ਜਾਗਰੂਕ ਸੀਗਾ, ਤੇ ਖਬਰਾਂ ਦੇ ਵਿੱਚ ਆਉਂਦਾ ਤੇਰਾ ਨਾਂ ਕਰਕੇ ਗਾਣਾ ਆ ਉਹਦੇ ਵਿੱਚ ਉਹਨੇ ਖਦਸ਼ੇ ਜਤਾਇਆ ਕਿ ਮੈਨੂੰ ਮਾਰਨਾ ਕਿਸੇ ਨੇ ਨਾ ਕਿਸੇ ਦਾ ਲੱਗਣਾ, ਵੀ ਜਿਹੜੇ ਮੇਰੇ ਤੋਂ ਸੜਦੇ ਨੇ, ਮੇਰੀਆਂ ਸੁਪਾਰੀਆਂ ਦੇਣਾ ਚਾਹੁੰਦੇ ਨੇ, ਮੈਨੂੰ ਚੁੱਪ ਕਰਾਉਣਾ ਚਾਹੁੰਦੇ ਨੇ। ਉਹਦੇ ਗਾਣਿਆਂ 'ਚ ਹੀ ਬਹੁਤ ਹਵਾਲਾ, ਜੇ ਉਹਨੂੰ ਮਿਲ ਜਾਂਦਾ, ਉਹਨੂੰ ਕਿਸੇ ਤਰੀਕੇ ਦੀਆਂ ਤਾਂ ਧਮਕੀਆਂ ਮਿਲਦੀਆਂ ਹੋਣਗੀਆਂ, ਕਿਸੇ ਤਰੀਕੇ ਦੀਆਂ ਉਹਨੂੰ ਜਦੋਂ ਧਮਕੀਆਂ ਮਿਲਦੀਆਂ ਹੋਣਗੀਆਂ, ਉਹਨਾਂ ਦਾ ਖਦਸ਼ਾ 9 ਮਹੀਨੇ ਪਹਿਲਾਂ ਦੀ ਡਾਕੂਮੈਂਟੇਸ਼ਨ ਦੇ ਵਿੱਚ ਸੈਂਟਰ ਦੀਆਂ ਏਜੰਸੀਆਂ ਨੇ ਵੀ ਜਤਾਇਆ, ਤਾਂ ਹੀ ਤਾਂ ਹੁਣ ਸਾਰੇ ਤੱਥ ਬਾਹਰ ਆ ਰਹੇ ਨੇ। ਤੇ ਇੰਨਾ ਗੈਰ ਜ਼ਿੰਮੇਵਾਰਾਂ ਨਾਲ ਜਿਹੜਾ ਬਿਹੇਵੀਅਰ ਆ, ਹੁਣ ਅਸੀਂ ਇਕੱਲਾ ਐਗਜ਼ੀਕਿਊਟਿਵ ਤੇ ਭਗਵੰਤ ਮਾਨ ਤੇ ਵੀ ਦੋਸ਼ ਨਹੀਂ ਦੇ ਸਕਦੇ, ਪੁਲਿਸਿੰਗ ਕਰ ਕੀ ਰਹੀ ਆ? ਪੁਲਿਸ ਕੀ ਕਰਦੀ ਆ? ਪੰਜਾਬ ਪੁਲਿਸ ਕਹਿੰਦੇ ਕਹਿਣ ਵੀ ਕਰਨ ਤੇ ਆਵੇ ਕੁਛ ਵੀ ਕਰਦੇ, ਇੱਕਦਮ ਇੰਨੀ ਜ਼ਿਆਦਾ ਐਕਟਿਵ ਹੋ ਜਾਂਦੀ ਆ ਕਿ ਕਿਸੇ ਵੀ ਨੌਜਵਾਨ ਨੂੰ ਕਿਸੇ ਵੀ ਰਾਹ ਵੱਲ ਤੋਰ ਦਿੰਦੀ ਆ। ਫਿਰ ਅਸੀਂ ਦੇਖਦੇ ਹਾਂ ਉਹ 90 ਦਾ ਦੌਰ,
ਉਸ ਵੇਲੇ ਦੇ ਸੀਐਮ ਦੀ ਮੌਜੂਦਗੀ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਜਦੋਂ ਕਲੀਨ ਚਿੱਟ ਮਿਲੀ ਪੰਜਾਬ ਦੇ ਜਿਹੜੇ ਨੌਜਵਾਨ ਆ ਜਦੋਂ ਮਾਰੇ ਗਏ ਘਰੋਂ ਚੱਕ ਕੇ, ਤੇ ਫਿਰ ਜਿਹੜੇ ਨੌਜਵਾਨਾਂ ਨੇ ਉਸ ਵੇਲੇ ਬੇਵਸੀ ਦੇ ਵਿੱਚ ਹਥਿਆਰ ਹੱਥ ਦੇ ਵਿੱਚ ਚੱਕ ਲਏ, ਅੱਜ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ, ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਹੜੇ ਬੰਦੀ ਸਿੰਘ। ਔਰ ਤੁਸੀਂ ਜੇਲ੍ਹ ਦੀਆਂ ਥਿਊਰੀਜ਼ ਪੜ੍ਹ ਕੇ ਦੇਖ ਲਓ, ਜੇਲਰਸ ਤੋਂ ਪੁੱਛ ਕੇ ਦੇਖ ਲਓ, ਅੰਦਰ ਵੀ ਅਮਨ ਸ਼ਾਂਤੀ ਬਹਾਲ ਕਰਾ ਰਹੇ ਆ ਉਹ ਬੰਦੇ। ਫਿਰ ਉੱਥੋਂ ਸਵਾਲ ਆਉਂਦਾ ਵੀ ਇਹ ਸਿਸਟਮ ਨੇ ਕ੍ਰੀਏਟ ਕੀਤਾ ਸੀ ਤੇ ਉਹਨਾਂ ਕੋਲ ਕੋਈ ਹੋਰ ਰਾਹ ਨਹੀਂ ਸੀ। ਤਾਂ ਸਵਾਲ ਤਾਂ ਸਾਰੇ ਦਾ ਸਾਰਾ ਸਿਸਟਮ ਤੇ ਡੀਪ ਸਟੇਟ ਤੇ ਆਉਂਦਾ, ਪਰ ਡੀਪ ਸਟੇਟ ਨੂੰ ਅਸੀਂ ਜਾਣਦੇ ਨਹੀਂ ਕਿਉਂਕਿ ਉਹ ਲੁਕੀ ਹੋਈ ਹੈ, ਉਹ ਏਜੰਸੀਜ਼ ਦੀ ਫਾਰਮੇਸ਼ਨ ਦੇ ਥਰੂ ਵਰਕ ਕਰ ਰਹੀ ਹੈ। ਅਸੀਂ ਉਹ ਸਟੇਟ ਨੂੰ ਜਾਣਦੇ ਹਾਂ ਜਿਹਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ, ਤੇ ਇੱਕ ਲੈਵਲ ਤੇ ਜ਼ਿੰਮੇਵਾਰੀ ਉਹਦੀ ਬਣਦੀ ਹੈ। ਮੈਂ ਇਹ ਕਹੂੰਗਾ ਕਿ ਹਾਂ ਇਹਦੇ ਵਿੱਚ ਕੁਝ ਬੰਦੇ ਇਹਨੂੰ ਪੋਲੀਟੀਸਾਈਜ਼ ਕਰ ਰਹੇ ਆ, ਪਾਰਟੀਆਂ ਕਰ ਰਹੀਆਂ ਆ, ਬਲੇਮ ਲਾ ਰਹੇ ਆ, ਪਰ ਦੂਜੇ ਪਾਸੇ ਜਿਹੜੀ ਰੂਲਿੰਗ ਸਰਕਾਰ ਹੈ ਉਹ ਵੀ ਕੀ ਕਰ ਰਹੀ ਹੈ? ਕ੍ਰਾਈਮ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ, ਤੇ ਬੰਦ ਕਮਰੇ ਦੇ ਵਿੱਚ ਜਿਹੜੇ ਏਸੀ ਬੈਠੇ ਦੇ ਵਿੱਚ ਅਫਸਰਸ਼ਾਹੀ ਬੈਠੀ ਆ, ਇਹ ਫਾਈਲਾਂ ਦੇ ਬੋਝ ਥੱਲੇ ਕਿੰਨਿਆਂ ਨੂੰ ਮਿਲ ਰਹੀ ਆ, ਉਹਨਾਂ ਚੋਂ ਕੁਝ ਬੰਦਿਆਂ ਦੀ ਬਿਠਾ ਦੇਣਗੇ ਕਮੇਟੀ। ਹੁਣ ਤੁਸੀਂ ਹੱਸੋਗੇ, ਇਹ ਚੁਟਕਲਾ ਮੈਂ ਸੁਣਦਾ ਹੁੰਦਾ ਸੀਗਾ, ਕਹਿੰਦੇ ਕਮੇਟੀ ਮਤਲਬ ਜਿਹੜੇ ਕੰਮ ਤੇ ਮਿੱਟੀ ਪਾਉਣੀ ਹੋਵੇ ਉਹਨੂੰ ਕਮੇਟੀ ਕਹਿ ਦਿੰਦੇ ਆ, ਤੇ ਫਿਰ ਉਹ ਤੋਂ ਬਾਅਦ ਕਹਿੰਦੇ ਉਹਦੇ ਅੰਦਰ ਸਬ ਕਮੇਟੀ ਬਣਾਉਂਦੇ ਆ। ਜਦੋਂ ਹੋਰ ਸੀਰੀਅਸ ਐਟਮੋਸਫੇਅਰ ਸ਼ੋਅ ਕਰਨਾ ਹੁੰਦਾ, ਸਬ ਕਮੇਟੀ ਹੁੰਦੀ ਹੈ ਸਬ ਕੰਮ ਪਰ ਮਿੱਟੀ। ਤੇ ਅਸੀਂ ਅਕਸਰ ਦੇਖ ਹੀ ਸਕਦੇ ਆ ਭਾਰਤ ਵਰਗੇ ਦੇਸ਼ ਦੇ ਵਿੱਚ ਸਾਰਾ ਕੁਝ ਕਮੇਟੀ, ਸਬ ਕੰਮ ਪਰ ਮਿੱਟੀ। ਤੁਸੀਂ ਦੇਖੋ 1984 ਦੇ ਕੇਸ ਨੇ, ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੋ, ਉਹ ਗੁਜਰਾਤ ਦੇ ਦੰਗੇ ਵਾਲੀਆਂ ਫਾਈਲਾਂ ਨੇ, ਉਹ ਹਾਲੇ ਤੱਕ ਕੀ ਹੈ, ਉੱਥੇ ਇਹਨਾਂ ਸਰਵਿਸਿਜ਼ ਵਾਲਿਆਂ ਨੂੰ, ਪੁਲਿਸ ਵਾਲਿਆਂ ਨੂੰ ਕਹਿ ਦਿੱਤਾ ਜਾਂਦਾ ਹਿਊਮਨ ਰਾਈਟਸ ਇਜ਼ ਮੈਟਰ ਆਫ ਡਿਸਕੋਰਸ। ਇਹ ਰਟੀ ਹੋਈ ਹੈ ਲਾਈਨ ਮੈਨੂੰ, ਕਹਿੰਦੇ ਮਨੁੱਖੀ ਅਧਿਕਾਰ ਸਿਰਫ ਇੱਕ ਭਟਕਾਉਣ ਦਾ ਮੁੱਦਾ। ਹੁਣ ਵੀ ਅਮਨ ਸ਼ਾਂਤੀ ਦੇ ਬਹਾਲ ਤੇ ਨੌਜਵਾਨ ਨਹੀਂ ਚੱਕ ਦੇਣਗੇ। ਇੱਕ ਮਾਂ ਤੋਂ ਜ਼ਿਆਦਾ ਪਿਆਰ ਕਰਨ ਵਾਲਾ ਕੋਈ ਨਹੀਂ ਹੁੰਦਾ, ਕਿਉਂਕਿ ਕੁਝ ਵੀ ਮਾਫ ਕਰ ਦਿੰਦੀ ਹੈ ਤੇ ਕਿਸੇ ਨਾਲ ਵੀ ਲੜ ਜਾਂਦੀ ਆ ਆਪਦੇ ਪੁੱਤ ਪਿੱਛੇ। ਹੁਣ ਮੈਂ ਜਿੱਦਾਂ ਹੀ ਮਾਨ ਸਾਹਿਬ ਨੂੰ ਜਦੋਂ ਅੱਜ ਡਾਕੂਮੈਂਟ ਫੜਾ ਕੇ ਆਇਆ ਉਹਨਾਂ ਦੇ OSD ਸਾਹਿਬ ਨੂੰ, ਤੇ ਮੈਂ ਜਦੋਂ ਉਹਨਾਂ ਨੂੰ ਦੇਖਿਆ ਮੈਂ ਕਿਹਾ ਤੁਸੀਂ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਨਹੀਂ ਮਿਲ ਸਕਦੇ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਹਾਨੂੰ ਮਿਲਣਾ ਚਾਹੀਦਾ ਜੇ ਤੁਸੀਂ ਪਾਲਿਸੀ ਫਾਰਮੂਲੇਟ ਕਰਨੀ ਆ। ਮੈਂ ਉਹ ਦੋਵਾਂ ਦੇ ਵਿਚਲੀ ਜਿਹੜੀ ਇੱਕ ਚੈਨਲ ਹੈ, ਜਿਹੜਾ ਇੱਕ ਰਾਹ ਆ, ਉਹ ਬਣਾਉਣਾ ਆ। ਹੁਣ ਜਿਹੜਾ 6 ਸੂਤਰ ਹੈਗੇ ਤੁਹਾਡੇ, ਆਪਾਂ ਪੜ੍ਹ ਲਈਏ ਵੀ ਕਿਹੜੇ ਕਿਹੜੇ ਸੂਤਰ ਤੁਸੀਂ ਲਿਖ ਕੇ ਦੇ ਕੇ ਆਏ ਭਗਵੰਤ ਮਾਨ ਨੂੰ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਸਵਾਲ ਕੀਤਾ ਕਿ ਇੱਕ ਮੱਧ ਵਰਗ ਦਾ 3 ਕਮਰਿਆਂ 'ਚ ਉੱਠਿਆ ਨੌਜਵਾਨ ਜਦੋਂ ਇਸ ਰੁਤਬੇ ਤੇ ਪਹੁੰਚ ਗਿਆ ਕਿ ਉਹ ਤੁਹਾਡੇ ਤੋਂ ਜ਼ਿਆਦਾ ਟੈਕਸ ਪੇ ਕਰਦਾ ਸੀ, ਭਗਵੰਤ ਮਾਨ ਤੋਂ ਜ਼ਿਆਦਾ ਟੈਕਸ ਪੇ ਕਰਦਾ ਸੀ ਮੂਸੇਵਾਲਾ, ਤੇ ਤੁਹਾਡੀ ਸਿਕਿਉਰਿਟੀ ਦੇ ਵਿੱਚ ਤੁਸੀਂ ਇੰਨੇ ਗਨਮੈਨ ਰੱਖੇ ਨੇ 850, ਤੁਸੀਂ ਉਹਨੂੰ 2 ਗਨਮੈਨ ਦੇ ਰਹੇ ਹੋ ਤੇ ਉਹ ਵੀ ਜਨਤਕ ਕਰ ਰਹੇ ਹੋ, ਤੇ ਤੁਸੀਂ ਆਪਦੀ ਕਾਬਲੀਅਤ, ਮੈਂ ਔਕਾਤ ਵੀ ਲਿਖਿਆ ਨਾਲ, ਦੋਵੇਂ ਲਫ਼ਜ਼ ਲਿਖੇ ਨੇ, ਕਿਉਂਕਿ ਮੈਨੂੰ ਸਮਝ ਨਹੀਂ ਆ ਰਿਹਾ। ਮਾਨ ਸਾਹਿਬ ਅਕਸਰ ਮਹਿਲਾਂ ਦੀ ਗੱਲ ਕਰਦੇ ਨੇ, ਥੋੜੇ ਠੇਠ ਹੋ ਜਾਂਦੇ ਨੇ, ਵਿਅੰਗਕਾਰ ਨੇ, ਤੇ ਕਾਬਲੀਅਤ ਦੇ ਨਾਲ ਬ੍ਰੈਕਟ ਵਿਚਲੀ ਔਕਾਤ ਵੀ ਸਮਝ ਪਾਉਣਗੇ। ਮੈਂ ਦੋਵੇਂ ਲਫ਼ਜ਼ ਵਰਤਣੇ ਚਾਹੁੰਦਾ। ਦੂਜੇ ਸਵਾਲ ਮੈਂ ਕੀਤਾ ਕਿ ਸੈਂਟਰ ਦੀ ਏਜੰਸੀਆਂ ਦੇ ਟਿਪ ਮਿਲਣ ਤੋਂ ਬਾਵਜੂਦ ਸਿੱਧੂ ਦੀ ਸੁਰੱਖਿਆ ਨਾ ਸਿਰਫ ਘਟਾਈ ਗਈ, ਸਗੋਂ ਜਨਤਕ ਵੀ ਕਰ ਦਿੱਤਾ ਗਿਆ। ਤੇ ਇਸ ਲੈਵਲ ਦੇ ਅਫਸਰ ਬੈਠੇ ਨੇ ਤੁਹਾਡੀ ਮੈਂਟੈਲਿਟੀ ਵਾਲੇ, ਇਹਦੇ ਪਿੱਛੇ ਖਦਸ਼ਾ, ਇਹ ਤਾਂ ਬੜੀ ਕਾਮਨ ਸੈਂਸ ਵਾਲੀ ਚੀਜ਼ ਹੈ, ਇਹ ਤਾਂ ਬੜੀ ਇੱਕ ਕਾਮਨ ਸੈਂਸ ਵਾਲੀ ਗੱਲ ਆ। ਇਹਦੇ ਬਾਰੇ ਕਈਆਂ ਨੇ ਖਦਸ਼ਾ ਵੀ ਜਤਾਇਆ, ਕਈ ਬੁੱਧੀਜੀਵੀਆਂ ਨੇ ਸੋਸ਼ਲ ਮੀਡੀਆ ਤੇ ਖਦਸ਼ਾ ਵੀ ਜਤਾਇਆ, ਤੇ ਉਹਦੇ ਬਾਵਜੂਦ ਕੁਝ ਨਹੀਂ ਹੋਇਆ। ਤੀਜਾ ਸਵਾਲ ਮੈਂ ਕੀਤਾ, ਜਦੋਂ ਸਿੱਖ ਪੰਥ ਦੇ ਮਾਣਯੋਗ ਜਥੇਦਾਰ ਸਾਹਿਬਾਨ ਨੇ ਕਾਨੂੰਨ ਮੁਤਾਬਕ ਆਪਣੀ ਰਾਖੀ ਲਈ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ ਕੀਤੀ, ਕਿਉਂਕਿ ਜਦੋਂ ਕਿਹਾ ਜਾਂਦਾ ਨਾ 2% ਹੀ ਨੇ ਜੀ, ਸਿਰਫ ਇੱਕ ਵਾਰ ਨਹੀਂ ਬਾਰ-ਬਾਰ ਕਿਹਾ ਜਾਂਦਾ, ਤੇ ਉਹ ਜੋ ਟੁੱਕੜ ਬੋਚ ਸਿਕਿਉਰਿਟੀ ਦੇ ਭੁੱਖਿਆਂ ਨੂੰ ਸਿਕਿਉਰਿਟੀ ਵੀ ਦਿੱਤੀ ਜਾਂਦੀ ਹੈ, ਤੇ ਉਹ ਜਿਹੜੇ ਇੱਕ ਅਲੱਗ ਜਿਹੇ ਰੰਗ ਦੇ ਰਾਸ਼ਟਰ ਨੂੰ ਬਣਾਉਣਾ ਚਾਹੁੰਦੇ ਆ, ਉਹਨਾਂ ਦੀ ਪੂਰੀ ਹਾਮੀ ਵੀ ਭਰੀ ਜਾਂਦੀ ਹੈ। ਤੇ ਜਦੋਂ ਕਿਹਾ ਨਾ ਵੀ ਉਹ ਪ੍ਰੋਟੈਕਸ਼ਨ ਤੋਂ ਵੈਪਨ ਰੱਖਿਆ ਜਾਵੇ, ਤੇ ਉਸ ਚੀਜ਼ ਨੂੰ ਭਗਵੰਤ ਮਾਨ ਸਾਹਿਬ ਕਹਿ ਰਹੇ ਆ ਉਦੋਂ ਵੀ ਸ਼ਾਂਤੀ, ਤੁਸੀਂ ਸ਼ਾਂਤੀ ਦਾ ਉਪਦੇਸ਼ ਦਿਓ। ਤੇ ਮੈਂ ਦੱਸਣਾ ਚਾਹੁੰਦਾ ਆ, ਮੈਂ ਥਿਊਰੀ 'ਚ ਪ੍ਰੂਵ ਕਰਨਾ ਚਾਹੁੰਦਾ ਆ,
ਤੁਹਾਨੂੰ ਪਤਾ ਜਦੋਂ ਅਸੀਂ ਨਿਊਕਲੀਅਰ ਵੈਪਨ ਦੀ ਥਿਊਰੀ ਪੜ੍ਹਦੇ ਹਾਂ ਕ੍ਰਾਈਮ 'ਚ, ਸਭ ਤੋਂ ਵੱਡਾ ਕ੍ਰਿਮੀਨਲ ਤਾਂ ਕੋਈ ਸਟੇਟ ਹੁੰਦਾ ਨਾ, ਆਪਾਂ ਕਹਿ ਨਹੀਂ ਸਕਦੇ। ਹੁਣ ਉਹਨੇ ਆਪਣੇ ਕੋਲ ਨਿਊਕਲੀਅਰ ਵੈਪਨ ਰੱਖੇ ਹੁੰਦੇ ਹਰ ਸਟੇਟ ਨੇ। ਹੁਣ ਅਮਰੀਕਾ ਤੇ ਰਸ਼ੀਆ ਦੀ ਕੋਲਡ ਵਾਰ ਕਿਉਂ ਆ? ਕਿਉਂਕਿ ਦੋਵੇਂ ਨਿਊਕਲੀਅਰ ਵੈਪਨ ਸਟੇਟ ਨੇ। ਕੋਲਡ ਵਾਰ ਇਸੇ ਕਰਕੇ, ਇਹਨੂੰ ਆਪਾਂ ਕਹਿੰਦੇ ਥਿਊਰੀ ਆਫ ਡੈਟਰੈਂਸ, ਪ੍ਰੀਵੈਂਟਿਵ ਥਿਊਰੀ ਕਹਿੰਦੇ ਆਪਾਂ ਇਹਨੂੰ, ਪ੍ਰੋਟੈਕਸ਼ਨ ਦੀ ਥਿਊਰੀ, ਪ੍ਰੋਟੈਕਸ਼ਨ ਦੀ ਲੇਖ ਸਾਰਾ। ਉਵੇਂ ਹੀ ਹੁਣ ਭਾਰਤ ਤੇ ਪਾਕਿਸਤਾਨ ਹੈ, ਤੇ ਜਦੋਂ ਸਾਡੇ ਡੱਬ 'ਚ ਹਥਿਆਰ ਲੱਗਿਆ ਹੋਊਗਾ ਤੇ ਉਹ ਤਾਂ ਸਾਡੀ ਰੱਖਿਆ ਕਰੂਗਾ। ਤੇ ਐਵੇਂ ਤਾਂ ਨਹੀਂ ਸਾਡੇ 10ਵੇਂ ਪਾਤਸ਼ਾਹ ਨੇ ਇਹਨਾਂ ਨੂੰ ਪੀਰਾਂ ਦਾ ਦਰਜਾ ਦੇ ਦਿੱਤਾ। ਜੇ ਅਸੀਂ ਪੰਜਾਬ 'ਚ ਮੀਰੀ ਪੀਰੀ ਦਾ ਸਿਧਾਂਤ ਦੇਖੀਏ, ਮੈਂ ਕਹਿੰਦਾ ਸਿੱਖ ਕੌਮ ਨੂੰ ਛੱਡ ਦੋ, ਸਿੱਖ ਪੰਥ ਨੂੰ ਛੱਡ ਦੋ, ਭਾਰਤ ਦੇ ਹਰ ਕਤਰੇ ਕਤਰੇ ਦੇ ਵਿੱਚ ਸ਼ਸਤਰ ਨੇ। ਤੁਸੀਂ ਭਗਵਾਨ ਸ਼ਿਵ ਦੇਖੋ, ਉਹਨਾਂ ਦੇ ਹੱਥ ਦੇ ਵਿੱਚ ਤਰਸ਼ੂਲ ਫੜਿਆ ਹੋਇਆ, ਮਾਤਾ ਦੇ ਹੱਥ ਦੇ ਵਿੱਚ ਤੇਗ ਆ, ਝੰਡੀ ਆ, ਤੇ ਉਹ ਸਾਡੀ ਰਾਖੀ ਵਾਸਤੇ ਆ। ਤੇ ਉੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸ਼ਸਤਰ ਐਡੇ ਮਾੜੇ ਨੇ ਤਾਂ ਤੁਸੀਂ ਆਪਦੀ ਸਿਕਿਉਰਿਟੀ ਦੇ ਵਿੱਚ ਐਡੇ ਐਡਵਾਂਸ ਵੈਪਨ ਕਿਉਂ ਰਖਾਏ ਹੋਏ ਆ? ਤੁਸੀਂ 800 850 ਪਲੱਸ ਦੀ ਸਿਕਿਉਰਿਟੀ 'ਚ ਤੁਸੀਂ ਉਹਨਾਂ ਦੇ ਹੱਥ 'ਚ ਫੜਾਓ ਚਿੱਟੇ ਝੰਡੇ ਤੇ ਉਹਨਾਂ ਦੇ ਮੋਢਿਆਂ ਤੇ ਬਿਠਾ ਦਿਓ ਘੁੱਗੀਆਂ। ਤੁਸੀਂ ਆਪਦੇ ਪਰਿਵਾਰ ਨੂੰ ਐਡੀ ਸਿਕਿਉਰਿਟੀ ਦੇ ਰਹੇ ਹੋ, ਤੇ ਜਿਹੜੀਆਂ ਬਾਕੀ ਪੰਜਾਬ ਦੀਆਂ ਮਹਿਲਾਵਾਂ ਆ ਉਹਨਾਂ ਨੂੰ ਤੁਸੀਂ ਬਸ 1000 ਰੁਪਏ ਦੇ ਲਾਰੇ ਤੱਕ ਸੀਮਤ ਰੱਖਤਾ। ਆਮ ਤੁਹਾਨੂੰ ਘਟਨਾਵਾਂ ਸੁਣਨ ਨੂੰ ਮਿਲਦੀਆਂ, ਕੋਈ ਕਿਸੇ ਦੀ ਚੈਨੀ ਖੋ ਕੇ ਲੈ ਗਿਆ ਜੀ, ਕੁਛ ਲੈ ਗਿਆ, ਜਿੱਥੇ ਕਤਲ ਹੋ ਗਏ। ਹੁਣ ਮੈਂ ਇੰਨੀਆਂ ਘਟਨਾਵਾਂ ਦੀ ਕੀ ਗੱਲ ਕਰਾਂ, ਕਿੱਥੋਂ ਇੰਨਾ ਕ੍ਰਾਈਮ ਰੇਟ ਵਧਿਆ? ਤੇ ਪੁਲਿਸ ਦਾ ਉੱਥੇ ਕੀ ਰੋਲ ਆ? ਪੁਲਿਸ ਤੋਂ ਇੱਕ ਸ਼ਰੀਫ ਬੰਦਾ ਡਰਦਾ, ਬਦਮਾਸ਼ ਥੋੜੀ ਡਰਦਾ। ਬਦਮਾਸ਼ ਤੋਂ ਤਾਂ ਪੁਲਿਸ ਡਰਦੀ ਆ। ਫਿਰ ਇਸ ਤੋਂ ਬਾਅਦ ਮੈਂ ਚੌਥਾ ਪੁਆਇੰਟ ਆਈ, ਮੈਂ ਤੁਹਾਡੇ ਨਾਲ ਹੀ ਸ਼ੇਅਰ ਕਰਤਾ ਹੈ ਕਿ ਜੋ ਤੁਸੀਂ ਸੁਰੱਖਿਆ ਆਪਦੀ ਮਾਂ ਤੇ ਭੈਣ ਨੂੰ ਉਪਲਬਧ ਕਰਵਾ ਰਹੇ ਹੋ, ਕਿ ਉਸ ਤੇ ਕਿਸੇ ਹੋਰ ਦਾ ਹੱਕ ਨਹੀਂ। ਕਿਉਂਕਿ ਤੁਸੀਂ ਹਰ ਵਾਰ ਕਹਿੰਦੇ ਨਾ ਬੜੇ ਆਮ ਘਰ ਦਾ ਮੁੰਡਾ, ਆਹ ਮੇਰੀ ਮਾਂ ਬੈਠੀ, ਮੈਂ ਇਹਦੇ ਕੋਲ ਬਹਿ ਕੇ ਪ੍ਰਸ਼ਾਦਾ ਛਕ ਰਿਹਾ। ਜੇ ਤੁਸੀਂ ਕੁਛ ਐਡਾ ਦਾ ਗਲਤ ਨਹੀਂ ਕੀਤਾ, ਕੁਛ ਖਰਾਬ ਨਹੀਂ ਕੀਤਾ, ਤੇ ਫਿਰ ਛਕੀ ਚਲੋ ਆਰਾਮ ਨਾਲ ਬਹਿ ਕੇ ਪ੍ਰਸ਼ਾਦਾ। ਫਿਰ ਐਡੀ ਸਿਕਿਉਰਿਟੀ ਦੀ ਕੀ ਲੋੜ ਹੈ? ਕਰੋ ਫਿਰ ਸਾਦਗੀ ਪ੍ਰਮੋਟ। ਹਾਂਜੀ ਬਿਲਕੁਲ। ਸਵਾਲ ਪੰਜਵਾਂ ਜਿਹੜਾ ਮੈਂ ਕੀਤਾ ਹੈ ਕਿ ਤੁਸੀਂ, ਮੈਂ ਸਿੱਧਾ ਲਿਖਿਆ ਕਿ ਹੁਣ ਤੁਸੀਂ ਗੈਂਗਵਾਰ ਨੂੰ ਠੱਲ ਪਾਉਣ ਦੇ ਨਾਂ ਤੇ ਹਰ ਨੌਜਵਾਨ ਦਾ ਐਨਕਾਊਂਟਰ ਤੇ ਉਹਦੀ ਕਤਲੋ ਗੈਰਤ ਦਾ ਲਾਇਸੈਂਸ ਪੁਲਿਸ ਨੂੰ ਦੇ ਕੇ ਬਚਾ ਪਾਓਗੇ ਪੰਜਾਬ ਦੀ ਨੌਜਵਾਨੀ। ਕਿਉਂਕਿ ਆਪਾਂ ਹੁਣ ਜੋ ਮਰਜ਼ੀ ਕਹੀਏ, ਇੱਕ ਜਸਟਿਸ ਦਾ, ਲੀਗਲ ਟ੍ਰਾਇਲ ਦਾ ਹੱਕ ਤਾਂ ਹਰ ਕਿਸੇ ਨੂੰ ਹੈ। ਔਰ ਅਸਲ ਦੇ ਵਿੱਚ ਕੀ ਹੈ, ਜਦੋਂ ਇਹ ਬੰਦੇ, ਹੁਣ ਨਾਰਮਲ ਜੀ ਗੱਲ ਹੈ, ਇੱਥੇ ਕਸਾਬ ਫੜਿਆ ਗਿਆ ਸੀ, ਕਸਾਬ ਨੂੰ ਅਸੀਂ ਹਰ ਵਾਰੀ ਪਾਕਿਸਤਾਨ ਦੇ ਅੱਗੇ ਕਰ ਦਿੰਦੇ ਸੀਗੇ, ਔਰ ਬਾਅਦ ਚੋਂ ਪਤਾ ਲੱਗਿਆ ਕਿ ਗੜਾ ਗੁੰਮਰਾਹ ਕੁਨ ਨੌਜਵਾਨ ਸੀਗਾ ਅਜਮਲ ਕਸਾਬ। ਕਈ ਥਾਵਾਂ ਤੇ ਪਤਾ ਲੱਗਦਾ ਉਹਦਾ ਕੋਈ ਕਸੂਰ ਹੀ ਨਹੀਂ ਸੀਗਾ, ਉਹਨੂੰ ਇਹਨਾਂ ਰਾਹਾਂ ਤੋਰ ਦਿੱਤਾ ਗਿਆ, ਉਹਦਾ ਬ੍ਰੇਨ ਵਾਸ਼ ਕੀਤਾ ਗਿਆ। ਅਸਲ 'ਚ ਘਟੀਆ ਕੌਣ ਆ? ਉਹਦਾ ਬ੍ਰੇਨ ਵਾਸ਼ ਕਰਨ ਵਾਲੇ ਹਾਫਿਜ਼ ਸਈਦ ਵਰਗੇ ਦਰਿੰਦੇ। ਉਸੇ ਤਰੀਕੇ ਨਾਲ ਇੱਥੇ ਅਸਲ 'ਚ ਘਟੀਆ ਕੌਣ ਆ? ਕੌਣ ਹੈ ਜਿਹੜਾ ਇਹਨਾਂ ਨੌਜਵਾਨਾਂ ਨੂੰ ਪੋਲੀਟੀਕਲ ਲਾਇਸੈਂਸ ਦੇ ਕੇ, ਸਟੂਡੈਂਟ ਪੋਲਿਟਿਕਸ ਤਾਂ ਹੋਣੀ ਚਾਹੀਦੀ ਹੈ ਵੌਇਸ ਰੇਜ਼ ਕਰਨ ਵਾਸਤੇ, ਉੱਥੇ ਗਨ ਕਲਚਰ ਪ੍ਰਮੋਟ ਹੋ ਜਾਂਦਾ ਆ। ਕੌਣ ਕਰਾਉਂਦਾ ਆ ਪ੍ਰਮੋਟ? ਹਥਿਆਰ ਕੁਝ ਹੋਰ ਆ, ਗਨ ਕਲਚਰ ਕੁਝ ਹੋਰ ਆ। ਦੋਵਾਂ ਚੀਜ਼ਾਂ 'ਚ ਬਹੁਤ ਫਰਕ ਆ। ਗੈਂਗ ਕਲਚਰ ਕੁਝ ਹੋਰ ਆ। ਨਹੀਂ, ਮੈਂ ਪੰਜਵਾਂ ਪੁਆਇੰਟ ਹਾਲੇ ਪੂਰਾ ਕਰਦਾ। ਉਹਦੇ ਵਿੱਚ ਮੈਂ ਲਿਖਿਆ ਕਿ ਖਾਲੜਾ ਜੀ ਨੂੰ ਤੁਸੀਂ ਬਹੁਤ ਮੰਨਦੇ ਹੋ, ਕਿਉਂਕਿ ਬੀਬੀ ਖਾਲੜਾ ਦੀ ਬੜੀ ਸਪੋਰਟ ਕਰਦੇ ਹੁੰਦੇ ਆ ਭਗਵੰਤ ਮਾਨ ਸਾਹਿਬ। ਤੇ 15,000 ਬੇਦੋਸ਼ੇ ਤਾਂ ਇਕੱਲੇ KPS ਗਿੱਲ ਨਾਮ ਦੇ ਬੁੱਚੜ ਨੇ ਮਾਰਤੇ ਸੀ। ਨਾਮ ਤਾਂ ਬਹੁਤ ਨੇ, ਮੈਂ ਲੈਂਦਾ ਥੱਕ ਜੂੰਗਾ, ਤੁਸੀਂ ਸੁਣਦੇ ਥੱਕ ਜਾਓਗੇ, ਲਿਖਿਆ ਮੈਂ। ਫਿਰ ਮੈਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਲਿਖੀ ਹੈ ਕਿ ਹਾਂ ਸੱਚ, ਇੱਕ ਵਾਰ ਭਗਤ ਸਿੰਘ ਨੂੰ ਵੀ ਪੁੱਛ ਲਿਓ ਕਿ ਕਿਉਂ ਮਾਰਿਆ ਸੀ ਉਹਨੇ ਜੌਨ ਸਾਂਡਰਸ ਨੂੰ। ਇਹ ਮੇਰਾ ਦਿਲ ਕਰਦਾ, ਜਿਹਦੀ ਤਸਵੀਰ ਪਿੱਛੇ ਲੱਗੀ ਆ, ਬੰਦੇ ਦਾ ਨਾਇਕ ਹੁੰਦਾ ਬੰਦਾ, ਬਾਰ-ਬਾਰ ਉਹਦੇ ਨਾਲ ਗੱਲਾਂ ਕਰਦਾ, ਕਰਦੇ ਹੋਣਗੇ ਕੁਛ ਨਾ ਕੁਛ ਗੱਲਾਂ ਤਾਂ ਉਹਦੇ ਨਾਲ, ਜੇ ਕਦੇ ਤਾਂ ਇਹਨਾਂ ਨੂੰ ਸਵਾਲ ਪੁੱਛਦਾ ਹੋਊਗਾ ਉਹ। 6ਵਾਂ ਸਵਾਲ ਹੈ ਕਿ ਤੁਸੀਂ ਕਹਿੰਦੇ ਹੋ ਪੰਜਾਬ ਵਿੱਚ ਅੰਗਰੇਜ਼ ਨੌਕਰੀ ਕਰਨ ਆਉਣਗੇ, ਤੇ ਇੱਥੇ ਵਾਲਿਆਂ ਨੂੰ ਤਾਂ ਤੁਸੀਂ ਬਚਾ ਨਹੀਂ ਸਕੇ, ਸਗੋਂ ਤੁਸੀਂ ਉਹਨਾਂ ਨੂੰ ਬਾਹਰ ਭੇਜਣ ਦਾ ਮਾਹੌਲ ਸਿਰਜ ਦਿੱਤਾ। ਵੈਸੇ ਵੀ ਜਿਹੜੀ ਪੰਜਾਬ ਦੀ ਨੌਜਵਾਨੀ ਆ, ਤੁਸੀਂ ਦੇਖੋ ਆਈਲੈਟਸ ਤੋਂ ਵੱਡਾ ਕੋਈ ਸੁਪਨਾ ਨਹੀਂ ਰਹਿ ਗਿਆ।
ਮੈਡੀਕਲ ਇੰਜੀਨੀਅਰਿੰਗ ਕਾਲਜ ਇੱਥੇ ਖਾਲੀ ਹੁੰਦੇ ਜਾ ਰਹੇ ਆ। ਇੱਕ ਤਾਂ ਸਿੱਧੀ ਜੀ ਗੱਲ ਹੈ, ਸਾਇੰਟੀਫਿਕ ਟੈਂਪਰਾਮੈਂਟ ਨੂੰ ਕੋਈ ਪ੍ਰਮੋਟ ਨਹੀਂ ਕਰ ਰਿਹਾ, ਰੈਸ਼ਨੈਲਿਟੀ ਦੇ ਪ੍ਰਿੰਸੀਪਲਸ ਨਹੀਂ ਰਹੇ ਇੱਥੇ। ਦੂਜੇ ਜਿਹੜੇ ਕਾਲਜ 'ਚ ਹੈਗੇ ਵੀ ਨੇ ਉਹ ਜਾਣਦੇ ਨੇ ਬਾਹਰ ਐਜੂਕੇਸ਼ਨ ਦੀ ਵੈਲਿਊ ਕੀ ਹੈ। ਇੱਥੇ ਇੱਕ ਲੈਕਚਰਸ ਦੀ ਖੇਡ ਦੇ ਵਿੱਚ ਜਿਹੜਾ ਇੰਡੀਪੈਂਡੈਂਟ ਤੁਹਾਡਾ ਥਾਟ ਪ੍ਰੋਸੈਸ ਹੈ ਉਹਨੂੰ ਤਾਂ ਖਤਮ ਕਰ ਦਿੱਤਾ ਜਾ ਰਿਹਾ। ਸੋ ਉਸ ਤੋਂ ਬਾਅਦ ਮੈਂ ਲਿਖਿਆ ਸੀਗਾ ਕਿ ਅੰਤ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਜੇ ਇੱਕ ਮੌਕਾ ਮਿਲੇ ਤਾਂ ਤਹਿ ਦਿਲੋਂ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਕੇ ਉਹ ਸੁਪਨੇ ਵਾਲਾ ਪੰਜਾਬ ਸਿਰਜਣ 'ਚ ਤੁਹਾਡੀ ਮਦਦ ਕਰ ਸਕਦਾ। ਤੇ ਮੇਰਾ ਇਸ ਪੇਸ਼ੇ ਦੇ ਵਿੱਚ ਜਿੰਨਾ ਹੋਲਡ ਹੈ, ਮੈਂ ਸਰਕਾਰ ਤੋਂ 1 ਰੁਪਿਆ ਨਹੀਂ ਲਵਾਂਗਾ। ਮੈਨੂੰ ਕੁਛ ਨਹੀਂ ਚਾਹੀਦਾ। ਮੈਂ ਅਨੰਦਪੁਰ ਸਾਹਿਬ ਰਹਿਣਾ, ਆਨੰਦਾਂ ਦੀ ਪੂਰੀ ਆ, ਭੁੱਖਾ ਨਹੀਂ ਮਰਦਾ ਮੈਂ। ਜੇ ਮੈਨੂੰ ਹੋਲ ਟਾਈਮ ਵੀ ਇੱਧਰ ਆਉਣਾ ਪੈ ਗਿਆ, ਆਪਦਾ ਬਾਕੀ ਦਾ ਪੇਸ਼ਾ ਸੈਬੋਟਾਜ ਵੀ ਕਰਨਾ ਪੈ ਗਿਆ, ਖਤਰੇ 'ਚ ਵੀ ਪਾਉਣਾ ਪੈ ਗਿਆ, ਮੇਰੀ ਅਕਾਦਮਿਕ ਕੁਆਲੀਫਿਕੇਸ਼ਨ ਹੈਗੀ ਆ, ਮੈਂ ਇੱਥੇ ਵੀ ਸਿਸਟਮ ਦੀ ਧੁੰਨੀ ਨੂੰ ਹੱਥ ਲਾ ਕੇ ਮੁੜਿਆ। ਮੈਂ ਚਾਹੁੰਦਾ ਇਹੋ ਜਿਹੇ ਕਿਸੇ ਅਫਸਰਸ਼ਾਹੀ ਦੇ ਅਹੁਦੇ ਤੇ ਬਹਿ ਸਕਦਾ ਸੀ, ਪਰ ਮੈਨੂੰ ਕੁਛ ਜੰਜੀਰਾਂ ਦਿਖ ਰਹੀਆਂ, ਕੁਛ ਗੁਲਾਮੀ ਦਿਖ ਰਹੀ ਆ। ਤੇ ਉਹ ਅਲਾਮਾ ਇਕਬਾਲ ਕਹਿੰਦਾ ਹੁੰਦਾ ਨਾ, ਨਹੀਂ ਤੇਰਾ ਨਸ਼ੇ ਮਨ ਕਜ਼ਰੇ ਸੁਲਤਾਨੀ ਕਿ ਗੁੰਬਦ ਪਰ ਤू शाही है बसेरा कर कहीं पहाड़ों की चट्टानों में। ਤੇ ਆਪਸ਼ਨ ਮੇਰੇ ਕੋਲ ਹਲੇ ਵੀ ਅਵੇਲੇਬਲ ਆ ਜੇ ਮੈਂ ਇੰਡੀਆ ਛੱਡ ਕੇ ਥੋੜਾ ਬਾਹਰ ਦਾ ਸੋਚਿਆ ਸੀ, ਕਿਉਂਕਿ ਮਨੁੱਖੀ ਅਧਿਕਾਰਾਂ ਦੇ ਵਿੱਚ ਮੈਂ ਜਿਹੜੀ ਬਾਡੀ ਦੇ ਨਾਲ ਰਜਿਸਟਰਡ ਆ, ਵਰਲਡ ਹਿਊਮਨ ਰਾਈਟਸ ਪ੍ਰੋਟੈਕਸ਼ਨ ਕਾਉਂਸਲ ਆ, ਮੈਂ ਉਹਦੇ ਵਿੱਚ ਵੀ ਐਜ਼ ਅ ਲੀਗਲ ਐਸੋਸੀਏਟ ਆਪਦੀਆਂ ਸਰਵਿਸਿਜ਼ ਨਿਭਾਈਆਂ ਨੇ। ਕਾਫੀ ਸਾਲ ਮੈਂ ਕ੍ਰਾਈਮ ਦੇ ਉੱਤੇ ਉਹਨਾਂ ਨੂੰ ਐਡਵਾਈਸ ਕਰਦਾ ਰਿਹਾ, ਕੇਸ ਸਟੱਡੀ ਕਰਦਾ ਰਿਹਾ, ਰਿਸਰਚ ਕਰਦਾ ਰਿਹਾ ਉਹਨਾਂ ਦੇ ਲਈ। ਤੇ ਹਿਊਮਨ ਰਾਈਟਸ ਵਾਚ ਵੱਲੋਂ ਵੀ ਮੈਨੂੰ ਇੱਕ ਸੀਨੀਅਰ ਰੈਂਕ ਵਾਸਤੇ ਰეკਮੈਂਡ ਕਰ ਦਿੱਤਾ ਗਿਆ ਸੀ, ਤੇ ਉਹਦੀ ਜਿਹੜੀ ਪੋਸਟਿੰਗ ਆ ਉਹ ਲੰਡਨ ਦੇ ਵਿੱਚ ਆ। ਤੇ ਉਸ ਤੋਂ ਬਾਅਦ ਜਿਹੜੀ ਅੱਗੇ ਰਿਪੋਰਟਿੰਗ ਆ ਬਰੂਜ਼ਲਸ ਦੇ ਵਿੱਚ ਆ, ਯੂਰਪ ਦੇ ਵਿੱਚ ਆ। ਮਤਲਬ ਮੈਂ ਯੂਰਪ ਦੀਆਂ ਹਿਊਮਨ ਰਾਈਟਸ ਲਈ ਵਰਕ ਕਰੂੰਗਾ ਜਦੋਂ ਮੇਰਾ ਪੰਜਾਬ ਛੱਡ ਰਿਹਾ। ਇਹ ਮੇਰੇ ਤੋਂ ਹੋਣਾ ਨਹੀਂ। ਕੀ ਆ ਮੱਧ ਵਰਗਾ ਥੋੜੇ ਜਿਹੇ ਸੁਪਨੇ ਹੋਰ ਭਟਕ ਜਾਣਗੇ। ਹਾਂ, ਪਰ ਇਹਨਾਂ ਨੂੰ ਇਸ ਲਈ ਅਕਾਊਂਟੇਬਲ ਠਹਿਰਾਉਣਾ ਚਾਹੁੰਦਾ ਆ ਕਿਉਂਕਿ ਇਸ ਵੇਲੇ ਸਾਰਾ ਕੁਝ ਇਹ ਕਰ ਸਕਦੇ ਆ ਜੇ ਥੋੜੀ ਜਿਹੀ ਵੀ ਰਾਜਨੀਤਿਕ ਆਤਮ ਸ਼ਕਤੀ ਦਿਖਾਉਣ। ਤੁਹਾਨੂੰ ਇਹਦੇ ਵਿੱਚ ਇੱਕ ਉਮੀਦ ਵੀ ਦਿਖ ਰਹੀ ਹੈ, ਭਗਵੰਤ ਮਾਨ ਨੂੰ ਚਿੱਠੀ ਦੇ ਵਿੱਚ ਤੁਸੀਂ ਲਿਖਿਆ ਵੀ ਤੁਹਾਡੇ ਤੋਂ ਇੱਕ ਉਮੀਦ ਦਿਖ ਰਹੀ ਹੈ। ਹਾਂਜੀ, ਆਪਾਂ ਅੰਗਰੇਜ਼ੀ 'ਚ ਕੋਟੇਸ਼ਨ ਹੈ ਕਿ ਰੈਜ਼ਿਲੀਅੰਸ ਇਜ਼ ਦਾ ਓਨਲੀ ਵੇ ਯੂ ਕੀਪ ਔਨ ਗੋਇੰਗ। ਰੈਜ਼ਿਲੀਅੰਸ ਹੁੰਦੀ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਇਹ ਸੁਪਨੇ ਬੜੇ ਦੇਖਦੇ ਆ, ਇਹ ਯਕੀਨ ਕਰ ਲੈਂਦੇ ਆ। ਐਤਕੀ ਇਹਨਾਂ ਨੇ ਆਮ ਆਦਮੀ ਤੇ ਕੀਤਾ। ਅੱਜ ਤੋਂ ਪਹਿਲਾਂ ਉਹ ਪਤੰਗ ਵਾਲੀ ਇੱਕ PPI ਸੀ ਇਹਨਾਂ ਦੇ ਬੇਲੀ ਹੋਈ ਸੀ, ਉਹ ਖਜ਼ਾਨਾ ਖਾਲੀ ਮੰਤਰੀ ਨੇ, ਜਿਹੜੇ ਲੋਕਾਂ ਨੇ ਥੋੜਾ ਜਿਹਾ ਯਕੀਨ ਉੱਤੇ ਕਰ ਲਿਆ ਸੀਗਾ। ਪੰਜਾਬ ਦੇ ਲੋਕ ਯਕੀਨ ਬਹੁਤ ਜਲਦੀ ਕਰ ਲੈਂਦੇ ਨੇ, ਤੇ ਹੁਣ ਇਹਨਾਂ ਨੂੰ ਇੰਨੀ ਬਹੁਮਤ ਨਾਲ ਜਿਤਾਇਆ ਹੈ। ਪਾਰਲੀਮੈਂਟ 'ਚ ਬਥੇਰੀਆਂ ਸਪੀਚਾਂ ਦਿੰਦੇ ਰਹੇ ਆ। ਮੈਂ ਕਹਿੰਦਾ ਘੱਟੋ ਘੱਟ ਆਪਣੀਆਂ ਸਪੀਚਾਂ ਹੀ ਬਾਰ-ਬਾਰ ਸੁਣ ਲੈਣ। ਇਹਨਾਂ ਨੂੰ ਸੁਣਨਾ ਚਾਹੀਦਾ ਆਪਦੀਆਂ ਸਪੀਚਾਂ ਨੂੰ ਘੱਟੋ ਘੱਟ। ਉਮੀਦ ਵਾਲੀਆਂ ਲਾਈਨਾਂ ਜਿਹੜੀਆਂ ਨੇ ਹੂਬਹੂ ਜਿਹੜੀਆਂ ਤੁਸੀਂ ਲਿਖੀਆਂ ਨੇ ਜ਼ਰੂਰ ਪੜ੍ਹ ਕੇ ਸੁਣਾਓ। ਮੈਂ ਲਿਖਿਆ ਜੀ, ਤੁਹਾਨੂੰ ਇਹ ਪੱਤਰ ਇਸ ਲਈ ਲਿਖ ਰਿਹਾ ਕਿਉਂਕਿ ਤੁਹਾਡੇ ਤੋਂ ਕੁਝ ਉਮੀਦ ਦਿਖਦੀ ਹੈ, ਉਹੀ ਉਮੀਦ ਜਿਹਦਾ ਕਿਸੇ ਵੇਲੇ ਬਾਦਲਾਂ ਤੇ ਕੈਪਟਨ ਨੇ ਗਰਭਪਾਤ ਕਰ ਦਿੱਤਾ ਸੀ। ਮੈਂ ਉਮੀਦ ਕਰਦਾ ਕਿ ਤੁਸੀਂ ਮੈਨੂੰ ਜਵਾਬ ਜ਼ਰੂਰ ਦਿਓਗੇ। ਮੈਂ ਇਹ ਸੁਪਨਾ ਵੀ ਦੇਖ ਰਿਹਾ ਕਿ ਅਗਲੀ ਵਾਰ ਜਦੋਂ ਮੈਂ ਤੁਹਾਨੂੰ ਪੱਤਰ ਲਿਖਾਂ ਤਾਂ ਮਾਣਯੋਗ ਬ੍ਰੈਕਟ ਵਿੱਚ ਨਾ ਪਾਉਣਾ ਪਵੇ। ਤੁਸੀਂ ਮਾਣਯੋਗ, ਜੇ ਆਪਾਂ ਅਰਜੀ ਦੇਖਦੇ ਹਾਂ ਤਾਂ ਮਾਣਯੋਗ ਬ੍ਰੈਕਟ 'ਚ ਲਿਖਿਆ ਹੋਇਆ, ਬ੍ਰੈਕਟ 'ਚ ਪਾਇਆ ਜੀ। ਕਿਸ ਗੱਲ ਦਾ ਮਾਣ ਕਰਾਂ ਮੈਂ? ਇਹ ਮੇਰੀ ਆਪਸ਼ਨ ਛੱਡਿਆ ਉਹਦੇ ਤੇ? ਆਪਸ਼ਨ ਨਹੀਂ ਛੱਡਿਆ, ਉਹ ਇਹ ਦੱਸਿਆ ਕਿ ਮਾਣਯੋਗ ਹੈ ਜਿਹੜਾ ਸ਼ਸ਼ੋ ਪੰਜ ਦੇ ਵਿੱਚ ਹੈ ਮੇਰੇ ਲਈ। ਆਪਣੇ ਲਈ ਆਪਸ਼ਨ ਛੱਡਿਆ ਕਿ ਲਿਖਿਆ ਤਾਂ ਗਿਆ, ਚਲੋ ਇਹਨੂੰ ਕੈਦ ਕਰ ਦਈਏ। ਲਿਖਿਆ ਕਿ ਮੈਨੂੰ ਮਾਣਯੋਗ ਬ੍ਰੈਕਟ 'ਚ ਨਾ ਪਾਉਣਾ ਪਵੇ। ਪਲੱਤਣ ਵਾਲਾ, ਮੈਂ ਉਹ ਪੀਲੇ ਰੰਗ ਦਾ ਕਾਗਜ਼ ਵਰਤਿਆ, ਪਲੱਤਣ ਵਾਲਾ ਕਾਗਜ਼ ਅਤੇ ਯਕਦਮ ਕਾਲੀ ਸ਼ਾਹੀ ਨਾ ਵਰਤਣੀ ਪਵੇ। ਫਿਰ ਲਿਖਿਆ, ਮੈਂ ਸ਼ਹੀਦਾਂ ਦੀ ਜ਼ਰਖੇਜ਼ ਧਰਤੀ ਨੂੰ ਕੋਟਾਨ-ਕੋਟ ਸਿਜਦੇ, ਕਿਉਂਕਿ ਉਹਨਾਂ ਦੇ ਪਿੱਛੇ ਵੀ ਉਹਨਾਂ ਨੇ ਇੱਕ ਸ਼ਹੀਦ ਦੀ ਫੋਟੋ ਲਾਈ ਹੈ। ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾ ਦਿੱਤੀ ਗਈ ਹੈ, ਤੇ ਪਰ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਇੱਕ ਸਬਕ ਜ਼ਰੂਰ ਲੈਣਾ ਚਾਹੀਦਾ ਵੀ ਜਦੋਂ ਉਹ ਤੋਂ ਵੀ ਗਲਤੀਆਂ ਹੋ ਗਈਆਂ ਸੀ। ਉਹਦੇ ਕੋਲ ਇਹੋ ਜਿਹੇ ਜਰਨੈਲ ਸੀਗੇ, ਅਕਾਲ ਤਖਤ ਤੇ ਉਹਨੂੰ ਕਹਿੰਦੇ ਸੀਗੇ ਵੀ ਆ ਜਾ ਤੇਰੇ ਕੋੜੇ ਫੇਰੀ ਹੈ, ਤੇ ਉਹਨੇ ਪਿੱਠ ਨੰਗੀ ਕਰਤੀ ਸੀ। ਤੇ ਹਕੂਮਤ वही करते हैं जिनका दिलों पर राज होता है, कहने को तो मुर्गे के सर पर भी एक ताज होता है। ਤੇ ਐ ਨਾ ਹੋਵੇ ਵੀ ਕਿਸੇ ਵੇਲੇ
ਬੜੇ ਨੇ ਇੱਥੇ ਜਿਨ੍ਹਾਂ ਨੇ ਰੰਗ ਮੈਲੇ ਕਰ ਦਿੱਤੇ ਆ। ਭਗਵਾ ਵੀ ਬੜਾ ਸੋਹਣਾ ਰੰਗ ਸੀ, ਸ਼ਾਮ ਨੂੰ ਚੜਦਾ, ਸਵੇਰ ਤੇ ਰਾਤ ਜਦੋਂ ਇਕੱਠੀ ਹੋ ਜਾਂਦੀ ਹੈ ਨਾ ਭਗਵਾ ਰੰਗ ਬਣਦਾ। ਪਰ ਅੱਜ ਭਗਵਾ ਰੰਗ ਭਗਵਾਕਾਰੀ ਅੱਤਵਾਦ ਨਾਲ ਜੋੜਿਆ ਜਾ ਰਿਹਾ। ਅੱਤਵਾਦ ਤਾਂ ਹਰ ਪਾਸੇ ਹੀ ਹੈ, ਗੈਂਗਸਟਰਵਾਦ ਤਾਂ ਹਰ ਪਾਸੇ ਹੀ ਹੈ। ਤੇ ਉਵੇਂ ਹੀ ਇਹ ਨਾ ਹੋਵੇ ਨਾ ਵੀ ਕੱਲ ਨੂੰ ਕੋਈ ਆ ਤੁਹਾਡੇ ਵਾਲਾ ਰੰਗ ਦੇਖੇ। ਜੇ ਤੁਸੀਂ ਇਹ ਹੁਣ ਰੰਗ ਬੰਨ ਹੀ ਲਿਆ ਤੇ ਉਹ ਵੀ ਇੰਨੇ ਚਾਅ ਨਾਲ ਬੰਨਿਆ ਵੀ ਤੁਸੀਂ ਇਹ ਰੰਗ ਬਦਲਦੇ ਹੀ ਨਹੀਂ ਹੈਗੇ। ਇਹਨਾਂ ਨੇ ਨਹੀਂ ਬੰਨਿਆ, ਪੂਰੇ ਪੰਜਾਬ ਨੇ ਵੀ ਤੁਸੀਂ ਦੇਖਿਆ ਉਹ ਬਸੰਤੀ ਰੰਗ ਜਿਹੜਾ ਉਹ ਬੰਨਣ ਲੱਗ ਗਏ ਲੋਕ। ਹਾਂਜੀ ਬਿਲਕੁਲ। ਸੋ ਜਿੱਥੇ ਤੁਸੀਂ ਇਹ ਸਾਰਾ ਕੁਝ 6 ਸੂਤਰ ਜਿਹੜੇ ਨੇ ਉਹਦਾ ਜ਼ਿਕਰ ਕੀਤਾ, ਤੇ ਇੱਥੇ ਵਿਰੋਧੀ ਧਿਰ ਦੀ ਇੱਕ ਭੂਮਿਕਾ ਬਣਦੀ ਹੈ। ਵਿਰੋਧੀ ਧਿਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵਿਰੋਧੀ ਧਿਰ ਨੂੰ ਜੇ ਸਾਫ਼ ਦੇਖੋ, ਇੱਕ ਤਰੀਕੇ ਨਾਲ ਤੁਸੀਂ ਉਹਨਾਂ ਨੂੰ, ਵਿਰੋਧੀ ਧਿਰ ਦਾ ਸਭ ਤੋਂ ਵੱਡਾ ਫਰਜ਼ ਕੀ ਹੁੰਦਾ? ਸਭ ਤੋਂ ਵੱਡਾ ਫਰਜ਼ ਹੁੰਦਾ ਆ ਸਰਕਾਰ ਦੇ ਸਾਹਮਣੇ ਜਿਹੜੇ ਚੈਲੰਜਸ ਹੈ ਉਹਨਾਂ ਨੂੰ ਨਾਲ ਸਮੂਥ ਫੰਕਸ਼ਨਿੰਗ ਦੇ ਵਿੱਚ ਕੁਐਸਚਨ ਰੇਜ਼ ਕਰਨਾ ਤੇ ਸਰਕਾਰ ਦੀ ਜਵਾਬਦੇਹੀ ਨੂੰ ਮੁਕੰਮਲ ਬਣਾਉਣਾ। ਓਪੋਜੀਸ਼ਨ ਤੋਂ ਬਿਨਾਂ ਸਰਕਾਰ ਕੋਈ ਸਰਕਾਰ ਨਹੀਂ ਹੁੰਦੀ। ਇਹਨੂੰ ਆਪਾਂ ਕਹਿੰਦੇ ਸਿਸਟਮ ਆਫ ਚੈਕਸ ਐਂਡ ਬੈਲੈਂਸਿਸ, ਕਿ ਜੇ ਹੋ ਰਿਹਾ ਕੁਛ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਕੋਈ ਚਾਹੀਦਾ ਹੈ। ਪਰ ਇਹ ਮੁੱਦਾ ਪੋਲੀਟੀਸਾਈਜ਼ ਕਰਨ ਦਾ ਨਹੀਂ ਹੈ। ਹੁਣ ਇਹ ਮੁੱਦਾ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਤੋਂ ਉੱਠ ਕੇ ਇੱਕ ਨੌਜਵਾਨ ਦਾ, ਇੱਕ ਨਹੀਂ ਕਈ ਨੌਜਵਾਨਾਂ ਦਾ 2 ਦਰਜਨ ਪਲੱਸ ਮਰਡਰ ਹੋ ਚੁੱਕੇ ਨੇ। ਅਸੀਂ ਸਿਰਫ ਉਹ ਨਾਂ ਲਿਖ ਰਹੇ ਹਾਂ ਜਿਹੜੇ ਜਾਣਦੇ ਨੇ, ਕਿਉਂਕਿ ਉਹ ਅਸਲ ਦੇ ਵਿੱਚ ਹੀ ਜਿਸ ਤਰੀਕੇ ਨਾਲ ਹੋਇਆ ਉਹ ਚੀਜ਼ ਹੈਰਾਨ ਕਰਦੀ ਹੈ। ਕਿਵੇਂ ਇੱਕ ਜੇਲ੍ਹ ਦੇ ਵਿੱਚ ਇੰਟਰਨੈਸ਼ਨਲ ਸਿਮ ਯੂਜ਼ ਕੀਤਾ ਜਾਂਦਾ, ਕਿਸ ਤਰੀਕੇ ਦੇ ਨਾਲ ਇਹ ਸਾਰਾ ਕ੍ਰਾਈਮ ਪੈਨੀਟ੍ਰੇਟ ਹੋ ਰਿਹਾ ਹੈ। ਕਿ ਉੱਥੇ ਜੈਮਰ ਨਹੀਂ, ਇੱਕ ਆਮ ਕੰਪੀਟੀਟਿਵ ਐਗਜ਼ਾਮ ਦੇ ਲਈ ਤਾਂ ਪੇਪਰ ਦੇ ਲਈ ਤਾਂ ਜੈਮਰ ਲਾ ਦਿੱਤੇ ਜਾਂਦੇ ਆ ਤੇ ਸੁਣਿਆ ਫੋਨ ਨਹੀਂ। ਐਡੀ ਕਿਹੜੀ ਐਡਵਾਂਸ ਟੈਕਨੋਲੋਜੀ ਉਹ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਆ ਯੂਜ਼ ਕਰ ਪਾ ਰਹੇ ਆ। ਤੇ ਉਹਦੇ ਵਿੱਚ ਇਹਨੂੰ ਆਪਾਂ ਕਹਿੰਦੇ ਆ ਪੋਰਸ ਏਰੀਆਜ਼, ਜਿਵੇਂ ਸਪੰਜ ਚ ਮੋਰੀਆਂ ਹੁੰਦੀਆਂ ਨੇ ਨਾ, ਉਹਨੂੰ ਨੱਪੋ ਐਨ ਇਕੱਠਾ ਹੋ ਜਾਂਦਾ। ਇਹ ਸਿਸਟਮ ਆਪਦੇ ਵਿੱਚ ਖੁਦ ਮੋਰੀਆਂ ਕ੍ਰੀਏਟ ਕਰਦਾ। ਤੇ ਬਸ ਦੁੱਖ ਇੰਨਾ ਹੈ ਕਿ ਜਿਨ੍ਹਾਂ ਨੂੰ ਇਹ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ, ਜਿਹੜੇ ਲੋਕਾਂ ਨੂੰ ਅਵੇਅਰ ਕਰਦੇ ਨੇ, ਇੱਕ ਦਿਨ ਮਾਰ ਦਿੱਤੇ ਜਾਂਦੇ ਆ, ਜਾਂ ਤਾਂ ਕੋਈ ਕੇਸ ਪਾ ਕੇ ਬਿਠਾ ਦਿੱਤਾ ਜਾਊਗਾ, ਜਾਂ ਕਿਸੇ ਸਸਪੀਸ਼ੀਅਸ ਵੇ ਦੇ ਨਾਲ ਕਤਲ ਹੋ ਜਾਊਗਾ। ਤੁਸੀਂ ਜਦੋਂ ਤੱਕ ਹੋਰ ਗੱਲਾਂ ਕਰੀ ਜਾਂਦੇ ਹੋ ਗੱਡੀਆਂ ਦੀਆਂ, ਕਾਰਾਂ ਦੀਆਂ, ਠੀਕ ਹੈ, ਤੁਸੀਂ ਆਹ ਚੀਜ਼ਾਂ ਕਰੀ ਜਾਂਦੇ, ਉਹਨਾਂ ਨੂੰ ਕੁਛ ਨਹੀਂ। ਜਦੋਂ ਤੁਸੀਂ ਆਪਦੇ ਹੱਕਾਂ ਲਈ ਖੜੇ ਹੋਵੋਗੇ, ਤੁਹਾਡੇ ਤੇ ਸਵਾਲ ਖੜੇ ਕਰਨ ਲੱਗ ਜਾਣਗੇ। ਸੋ ਅੰਤ ਦੇ ਵਿੱਚ ਤੁਸੀਂ ਜਿਹੜੀ ਚਿੱਠੀ ਲਿਖ ਕੇ ਆਏ ਹੋ, ਤੁਸੀਂ ਕਿਹਾ ਮੈਂ ਇੱਕ ਬ੍ਰਿਜ ਦਾ ਕੰਮ ਕਰੂੰਗਾ। ਸੋ ਕੋਈ ਆਸ ਲੱਗਦੀ ਹੈ, ਉਮੀਦ ਲੱਗਦੀ ਹੈ ਮੁੱਖ ਮੰਤਰੀ ਤੁਹਾਡੀ ਗੱਲ ਸੁਣਨਗੇ ਤੇ ਤੁਸੀਂ ਇੱਕ ਬ੍ਰਿਜ ਦਾ ਕੰਮ, ਜਿਵੇਂ ਤੁਹਾਡੀ ਭਾਵਨਾ ਹੈਗੀ ਹੈ, ਤੁਸੀਂ ਕਰ ਸਕਦੇ ਹੋ, ਭੂਮਿਕਾ ਨਿਭਾ ਸਕਦੇ ਹੋ? ਦੇਖੋ, ਉਮੀਦ ਤੋਂ ਪਰਾਂ ਕੋਸ਼ਿਸ਼ ਹੁੰਦੀ ਹੈ, ਤੇ ਕੋਸ਼ਿਸ਼ ਉਮੀਦ ਨੂੰ ਨਹੀਂ, ਇਕੱਲੇ ਨੂੰ ਵਿਸ਼ਵਾਸ ਨੂੰ ਜਨਮ ਦਿੰਦੀ ਹੈ। ਮੈਨੂੰ ਪੰਜਾਬ ਦੇ ਲੋਕਾਂ ਤੋਂ ਬਹੁਤ ਉਮੀਦ ਆ। ਮੈਂ ਹੁਣ ਨਹੀਂ ਜਾਣਾ ਚਾਹੁੰਦਾ, ਰਸ਼ ਬਹੁਤ ਹੋਊਗਾ ਤੇ ਥੋੜਾ ਜਿਹਾ ਰਸ਼ ਘਟ ਜਾਊਗਾ। ਮੈਂ ਜਾਊਂਗਾ ਸਿੱਧੂ ਦੇ ਪਿੰਡ, ਜਾਊਂਗਾ ਉਹਦੇ ਮਾਪਿਓ ਨੂੰ ਮਿਲੂੰਗਾ ਤੇ ਜੈਪਾਲ ਭੁੱਲਰ ਆ, ਮੈਂ ਉਹਦੇ ਪਿਓ ਨੂੰ ਵੀ ਹੌਸਲਾ ਨਹੀਂ ਕਰ ਪਾ ਰਿਹਾ। ਜਦੋਂ ਮੈਂ ਅੱਖਾਂ ਦੇਖਦਾ ਨਾ, ਇਸ ਨੌਜਵਾਨੀ ਨੂੰ ਖਤਮ ਕਰ ਦਿੱਤਾ ਗਿਆ। ਇਹ ਸਾਰੇ ਦੇ ਸਾਰੇ ਸਾਡੇ ਸਪੋਰਟਸ ਪਰਸਨ ਹੋ ਸਕਦੇ ਸੀ, ਹੋ ਸਕਦਾ ਸੀ ਜੇ ਸਹੀ ਡਾਇਰੈਕਸ਼ਨ ਮਿਲਦੀ ਇਹਨਾਂ ਨੂੰ, ਇਹ ਆਪਦੀਆਂ ਸਪੋਰਟਸ ਅਕੈਡਮੀਜ਼ ਚਲਾਉਂਦੇ ਹੁੰਦੇ। ਅਭਿਨਵ ਬਿੰਦਰੇ ਦੀ ਵੀ ਤਾਂ ਇੱਥੇ ਸ਼ੂਟਿੰਗ ਰੇਂਜ ਆ, ਮੈਡਲਿਸਟ ਆ। ਹੋ ਸਕਦਾ ਉਹੋ ਜਿਹੀ ਕੋਈ ਸ਼ੂਟਿੰਗ ਰੇਂਜ ਜਿਹੜੇ ਆ ਸ਼ਾਰਪ ਸ਼ੂਟਰ ਬਣ ਗਿਆ, ਸਪੋਰਟਸ 'ਚ ਹੁੰਦੇ, ਕੁਛ ਕਰ ਪਾਉਂਦੇ। ਇਹ ਅਗਲਾ ਰਾਹ ਬਹੁਤ ਗੰਦਾ। ਤੁਸੀਂ ਦੇਖੋ ਸੁਸ਼ੀਲ ਕੁਮਾਰ ਵਰਗੇ ਓਲੰਪਿਕ ਮੈਡਲਿਸਟ ਗੈਂਗਸਟਰਿਜ਼ਮ ਵੱਲ ਤੁਰ ਗਏ ਆ। ਪਾਵਰ ਇਸ ਤਰੀਕੇ ਨਾਲ ਅੰਨਾ ਕਰ ਦਿੰਦੀ ਆ। ਇੱਥੇ ਇੱਕ ਸੰਵੇਦਨਾ ਦੀ ਲੋੜ ਆ, ਕਿਉਂਕਿ ਸਵਾਲ ਇਹ ਆਉਂਦਾ ਹੈ ਕਿ ਯੂਥ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਪੰਜਾਬ ਦੀ, ਐਨਰਜੀ ਨੱਕੋ ਨੱਕ ਭਰੀ ਹੋਈ ਆ, ਉਹਨੂੰ ਚੈਨਲਾਈਜ਼ ਕਰਨ ਦਾ ਜ਼ਰੀਆ ਨਹੀਂ ਮਿਲ ਰਿਹਾ। ਉਹ ਚੈਨਲਾਈਜ਼ ਹੋ ਰਹੀ ਹੈ ਗਲਤ ਥਾਵਾਂ ਤੇ। ਤੁਸੀਂ ਦੇਖੋ ਪੰਜਾਬ 'ਚ ਕਿੱਡੀ ਸੋਹਣੀ ਕਬੱਡੀ ਖੇਡਦੇ ਆ ਮੁੰਡੇ, ਸਪੋਰਟਸ ਕਰਦੇ ਆ, ਕਿਤਾਬਾਂ ਪੜ੍ਹਨ ਲੱਗ ਗਿਆ ਨੌਜਵਾਨ। ਆ ਮੋਰਚੇ 'ਚ ਕਿੱਡੇ ਬਲੇਮ ਲੱਗੇ ਸੀ, ਦਿੱਲੀ ਮੋਰਚੇ ਦੇ ਵਿੱਚ ਦੇਖ ਲੈਣਾ, ਨੌਜਵਾਨੀ ਆ ਗਈ ਸੀਗੀ ਸਾਰੀ ਬੈਰੀਕੇਡ ਪੱਟ ਕੇ, ਤੇ ਉਹ ਨੌਜਵਾਨੀ ਨੂੰ ਟਾਰਗੇਟ ਕਰਕੇ ਕੀ ਕੁਛ ਕੀਤਾ ਗਿਆ। ਹੁਣ ਮੈਂ ਕਿਸੇ ਇੱਕ ਉਹਦੇ ਉੱਤੇ ਐਲੀਗੇਸ਼ਨ ਨਹੀਂ ਲਾਉਂਦਾ,
ਕੁਝ ਕਿਸਾਨ ਲੀਡਰਾਂ ਨੇ ਵੀ ਉਹ ਬਾਬੇ ਰਹਿ ਗਏ ਅੱਗੇ। ਉਹਨਾਂ ਨੇ ਲੋਕਾਂ ਦੇ ਵਿਸ਼ਵਾਸ ਦਾ ਕੀ ਕੀਤਾ? ਅਸੀਂ ਤਾਂ ਭਾਈ ਕਰਾਂਗੇ ਸਵਾਲ ਵੀ ਕੀ ਨੌਜਵਾਨੀ ਤੁਸੀਂ ਸਿਰਫ ਮਾਰਨ ਲਈ ਰੱਖੀ ਹੋਈ ਆ? ਸੋ ਅੰਤ ਦੇ ਵਿੱਚ ਲੋਕਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ, ਕਿਉਂਕਿ ਤੁਹਾਨੂੰ ਮਨੁੱਖੀ ਅਧਿਕਾਰਾਂ ਦੀ ਬਹੁਤ ਡੀਪਲੀ ਸਮਝ ਹੈਗੀ ਹੈ? ਮੈਂ ਤਾਂ ਜੀ ਇਹ ਗੱਲ ਕਰੂੰਗਾ, ਜੋ ਸਾਡੇ ਤੋਂ ਖੋਇਆ ਜਾ ਰਿਹਾ ਕੋਸ਼ਿਸ਼ ਕਰੋ ਸਾਰਾ ਕੁਝ ਇਕੱਠਾ ਹੋ ਜੇ। ਸਾਡੇ ਤੋਂ ਸਾਡੀ ਆਜ਼ਾਦ ਸੋਚ ਖੋਈ ਗਈ। ਦੀਪ ਸਿੱਧੂ ਵਰਗੇ ਨੌਜਵਾਨ ਖੋਏ ਗਏ। ਪੜ੍ਹਨਾ ਸ਼ੁਰੂ ਕਰੀਏ। ਮੇਰੇ ਕੋਲ ਲਾਅ ਦੀ ਡਿਗਰੀ ਹੈ। ਮੈਂ ਖੁਦ ਸੋਚ ਰਿਹਾ ਸੀਗਾ ਮੈਂ ਸੋਲੀਸਿਟਰਸ, ਫਿਰ ਮੈਂ ਸੋਲੀਸਿਟਰਸ ਦਾ ਕੀ ਕਰਨਾ, ਮੈਂ ਕ੍ਰਾਈਮ ਹੀ ਕਰ ਲੈਂਦਾ, ਇੱਧਰ ਹੀ ਇਹਦੇ ਉੱਤੇ ਪੜ੍ਹਾਈ ਕਰ ਲੈਂਦਾ ਮੈਂ। ਕਿ ਹਾਂ ਲੈਟਿਨ ਲੈਂਗੁਏਜ ਦੀ ਮੈਂ ਥੋੜੀ ਜਿਹੀ ਨੌਲੇਜ ਰੱਖਦਾ ਹਾਂ, ਕਿਉਂਕਿ ਲਾਅ ਸਾਰਾ ਇੰਡੀਆ ਦੇ ਵਿੱਚ ਬ੍ਰਿਟਿਸ਼ ਲਾਅਜ਼ ਹੀ ਹੈਗੇ ਆ। ਤੇ ਆਜ਼ਾਦ ਸੋਚ ਨੂੰ ਜਨਮ ਦਈਏ। ਸਾਡਾ ਖਿਡਾਰੀ ਸਾਡੇ ਤੋਂ ਖੋਏ ਜਾ ਰਹੇ ਆ। ਖੁਦ ਸਪੋਰਟਸ ਨੂੰ ਪ੍ਰਮੋਟ ਕਰੀਏ, ਫਿਟਨੈਸ ਵਾਲੇ ਪਾਸੇ ਆਈਏ। ਮੈਂ ਇਸ ਪਾਸੇ ਵੀ ਕੋਸ਼ਿਸ਼ ਕਰ ਰਿਹਾ ਹਾਂ। ਅਗਲੇ ਆਉਣ ਵਾਲੇ ਸਮੇਂ 'ਚ ਮੈਂ ਸਪੋਰਟਸ 'ਚ ਵੀ ਕੁਝ ਕਰਨਾ ਚਾਹੁੰਦਾ। ਤੇ ਉਸ ਤੋਂ ਬਾਅਦ ਜਿਹੜੀ ਤੀਜੀ ਚੀਜ਼ ਆ ਸਾਡੇ ਕੋਲ, ਉਹ ਅਸੀਂ ਜਦੋਂ ਪੜਾਂਗੇ ਖੂਬਸੂਰਤ ਸ਼ਾਇਰਾਂ ਨੂੰ। ਹੁਣ ਤੁਸੀਂ ਦੇਖੋ, ਨੌਜਵਾਨ ਕਿਤਾਬਾਂ ਪੜ੍ਹਨਗੇ ਤੇ ਅਵੇਅਰ ਹੋਣਗੇ। ਪੰਜਾਬ ਤੇਰਾ ਕੀ ਬਣੂ, ਜਸਵੰਤ ਸਿੰਘ ਕੰਵਲ ਨੇ ਉਦੋਂ ਲਿਖਤਾ ਸੀ। ਉਸੇ ਲਹਿਰ ਨੂੰ ਅਸੀਂ ਅੱਗੇ ਲੈ ਕੇ ਆ ਗਏ ਹਾਂ। ਉਮੀਦ ਆ ਜਾਗਰੂਕ ਕਰਦੇ ਰਵਾਂਗੇ ਆਪਦੇ ਭਰਾਵਾਂ ਨੂੰ, ਖੁਦ ਵੀ ਹੁੰਦੇ ਰਵਾਂਗੇ। ਸੋ ਧੰਨਵਾਦ। ਇਹ ਸੀਗੇ ਗੁਰਮੋਹਨਪ੍ਰੀਤ ਸਿੰਘ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਸੋ ਵੱਖ-ਵੱਖ ਮੁੱਦਿਆਂ ਤੇ ਜਿਨ੍ਹਾਂ ਬਾਬਤ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਸੋ ਇਹ ਨੇ ਗੁਰਮੋਹਨਪ੍ਰੀਤ ਸਿੰਘ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ, ਜਿਹੜੇ ਚਿੱਠੀ ਇੱਕ ਭਗਵੰਤ ਮਾਨ ਨੂੰ ਲਿਖ ਕੇ ਆਏ, ਉਹਦੇ ਵਿੱਚ 6 ਸੂਤਰਾਂ ਦੀ ਗੱਲਬਾਤ ਕੀਤੀ ਹੈ। ਸੋ ਕਦੋਂ ਇਹਨਾਂ ਦੀ ਚਿੱਠੀ ਦਾ ਨਿਬੇੜਾ ਹੁੰਦਾ, ਜਿਹੜੇ ਮੁੱਦੇ ਨੇ ਸੰਵੇਦਨ ਮੁੱਦੇ ਨੇ ਠਾਏ ਨੇ, ਉਹਨਾਂ ਤੇ ਕਦੋਂ ਲੋਕ ਚਿੰਤਤ ਹੁੰਦੇ ਨੇ, ਚਿੰਤਾ ਕਰਦੀ ਹੈ ਸਰਕਾਰ, ਚਿੰਤਾ ਕਰਦੀ ਹੈ, ਆਉਣ ਵਾਲਾ ਸਮਾਂ ਦੱਸੂ। ਫਿਲਹਾਲ ਤੁਸੀਂ ਜੁੜੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਜੇਪੀ ਦੇ ਨਾਲ ਜਗਜੀਤ ਸਿੰਘ ਪੰਜੋਲੀ। ਧੰਨਵਾਦ।